ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਗੌੜੀ ਕੀ ਵਾਰ ਦੀ ਵਿਚਾਰ ਕੁਝ ਦਿਨ ਤੋਂ ਸਾਂਝੀ ਕਰ ਰਹੇ ਹਾਂ ਔਰ ਗੁਰਬਾਣੀ ਦੀ ਵਿਚਾਰ ਕਰਕੇ ਜੀਵਨ ਜਾਚ ਸਿੱਖਣ ਦਾ ਯਤਨ ਕਰਦੇ ਹਾਂ। ਕੱਲ ਤੱਕ ਅਸੀਂ 13 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 14ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਹ ਪਾਵਨ ਪੌੜੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 308 ਤੇ ਸ਼ੁਰੂ ਹੁੰਦੀ ਹੈ। ਪੌੜੀ, ਤੂੰ ਸੱਚਾ ਸਾਹਿਬ ਆਪ ਹੈ, ਸੱਚ ਸ਼ਾਹ ਹਮਾਰੇ। ਇੱਥੇ ਸਾਹ ਲਿਖਿਆ ਹੈ, ਸਾਹ। ਜੇ ਅਸੀਂ ਸਾਹ ਪੜਾਂਗੇ ਨਾ ਤੇ ਸਾਹ ਦਾ ਮੀਨਿੰਗ ਹੋ ਜਾਏਗਾ ਸਵਾਸ, ਲੇਕਿਨ ਇਹਨੂੰ ਪੜਨਾ ਹੈ ਸ਼ਾਹ। ਸੱਸੇ ਦੇ ਪੈਰ ਥੱਲੇ ਬਿੰਦੀ ਲਾ ਕੇ ਸ਼ਾਹ ਦਾ ਮਤਲਬ ਹੁੰਦਾ ਸ਼ਾਹੂਕਾਰ, ਮਾਲਕ। ਤਾਂ ਇਸ ਦਾ ਉਚਾਰਨ ਹੋਏਗਾ ਸ਼ਾਹ। ਤੂੰ ਸੱਚਾ ਸਾਹਿਬ ਆਪ ਹੈ, ਸੱਚ ਸ਼ਾਹ ਹਮਾਰੇ। हे ਸਾਡੇ ਸਦਾ ਥਿਰ ਰਹਿਣ ਵਾਲੇ ਸ਼ਾਹ, ਤੂੰ ਆਪ ਹੀ ਸੱਚਾ ਮਾਲਕ ਹੈ। ਯਾਨੀ ਰੱਬ ਸੱਚਾ ਹੈ, ਸदैव ਹੈ, ਔਰ ਸਾਡਾ ਮਾਲਕ ਹੈ, ਸਾਰੀ ਸ੍ਰਿਸ਼ਟੀ ਦਾ, ਕਾਇਨਾਤ ਦਾ ਮਾਲਕ। ਇੱਥੇ ਹੁਣ ਸਾਨੂੰ ਜੀਣ ਵਾਸਤੇ ਕਿਹੜੀ ਚੀਜ਼ ਮਿਲ ਰਹੀ ਹੈ ਜ਼ਿੰਦਗੀ ਜੀਣ ਲਈ, ਕਿ ਰੱਬ ਇੱਕ ਅਟਲ ਸੱਚਾਈ ਹੈ ਔਰ ਸਾਡਾ ਜੋ ਮਾਲਕ ਹੈ ਉਹ ਸੱਚ ਹੋ ਸਕਦਾ ਹੈ। ਅਸੀਂ ਸੱਚ ਦੇ ਅਧੀਨ ਜ਼ਿੰਦਗੀ ਗੁਜ਼ਾਰਨੀ ਹੈ, ਸੱਚ ਨੂੰ ਆਪਣੇ ਜੀਵਨ ਦਾ ਬੇਸ ਬਣਾਉਣਾ ਹੈ, ਮਨ ਕਰਕੇ, ਬਚਨਾ ਕਰਕੇ, ਕਰਮਾ ਕਰਕੇ। हे ਪ੍ਰਭੂ, ਤੂੰ ਸਦਾ ਥਿਰ ਰਹਿਣ ਵਾਲਾ ਹੈ, ਮਾਲਕ ਹੈ, ਸੱਚਾ ਹੈ ਔਰ ਸਾਡਾ ਸਾਈਂ ਹੈ, ਸਾਡਾ ਰਾਖਾ ਹੈ। ਸੱਚ ਪੂੰਜੀ ਨਾਮ ਦ੍ਰਿੜਾਏ ਪ੍ਰਭ, ਵਣਜਾਰੇ ਥਾਰੇ। ਸ਼ਬਦ ਲਿਖਿਆ ਹੈ ਪੂਜੀ। ਇਹਨੂੰ ਪੂਜੀ ਨਹੀਂ ਪੜਨਾ। ਪੂਜੀ ਦਾ ਮਤਲਬ ਇੱਕ ਤਾਂ ਪੂਜੀ ਗਈ ਚੀਜ਼ ਹੁੰਦੀ ਹੈ, ਕਿਸੇ ਚੀਜ਼ ਦੀ ਪੂਜਾ, ਔਰ ਇੱਥੇ ਸ਼ਬਦ ਦਾ ਉਚਾਰਨ ਕਰਨਾ ਹੈ ਪੂੰਜੀ। ਪੂੰਜੀ ਦਾ ਮਤਲਬ ਹੁੰਦਾ ਹੈ ਰਾਸ, ਜੋ ਸਾਡੀ ਪ੍ਰੋਪਰਟੀ ਹੈ। ਸੱਚ ਪੂੰਜੀ ਨਾਮ ਦ੍ਰਿੜਾਏ ਪ੍ਰਭ, ਵਣਜਾਰੇ ਥਾਰੇ। ਥਾਰੇ ਦਾ ਮਤਲਬ ਤੇਰੇ, ਵਣਜਾਰੇ ਦਾ ਮਤਲਬ ਵਪਾਰੀ। ਅਸੀਂ ਤੇਰੇ ਵਣਜਾਰੇ ਹਾਂ। ਸਾਨੂੰ ਇਹ ਨਿਸ਼ਚੈ ਕਰਾ, ਸਾਡੇ ਅੰਦਰ ਇਹ ਦ੍ਰਿੜਤਾ ਕਰਾ ਕਿ ਨਾਮ ਦੀ ਪੂੰਜੀ ਸਦਾ ਰਹਿਣ ਵਾਲੀ ਹੈ। ਨਾਮ ਇੱਕ ਐਸੀ ਪੂੰਜੀ ਹੈ ਜੋ ਸਦਾ ਰਹਿਣ ਵਾਲੀ ਹੈ। ਤੇ ਨਾਮ ਦਾ ਮੀਨਿੰਗ ਹੈਗਾ ਹੁਕਮ। ਹੁਕਮ ਜੋ ਹੈ ਇਹ ਸਦਾ ਹੈ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਸਾਰੀ ਕਾਇਨਾਤ ਕਿਸੇ ਹੁਕਮ ਦੇ ਅੰਦਰ ਕੰਮ ਕਰ ਰਹੀ ਹੈ, ਰਜ਼ਾ ਅੰਦਰ, ਭਾਣੇ ਅੰਦਰ। ਤੇ ਰਜ਼ਾ, ਭਾਣਾ ਜਾਂ ਹੁਕਮ, ਇਹਨੂੰ ਸਮਝਣ ਵਾਸਤੇ ਸਾਡੇ ਕੋਲ ਸ਼ਬਦ ਹੈ, ਸਿਸਟਮ, ਜਿਹਨੂੰ ਅਸੀਂ ਸਾਰੇ ਬੜੀ ਆਸਾਨੀ ਦੇ ਨਾਲ ਸਮਝ ਸਕਦੇ ਹਾਂ। ਤਾਂ ਇਹ ਸਾਰਾ ਕੁਝ ਸਿਸਟਮ ਦੇ ਅੰਦਰ ਹੈ। ਤੇ ਇਹ ਜੋ ਰਜ਼ਾ ਹੈ, ਭਾਣਾ ਹੈ, ਇਹੀ ਇੱਕ ਸੱਚੀ ਪੂੰਜੀ ਹੈ। ਜੇ ਰਜ਼ਾ ਭਾਣੇ ਦੇ ਅੰਦਰ ਜ਼ਿੰਦਗੀ ਜੀਵੀ ਜਾਏ ਤਾਂ ਹੀ ਸਾਡੇ ਜੀਵਨ ਅੰਦਰ ਸੁੱਖ ਸ਼ਾਂਤੀ ਆ ਸਕਦੀ ਹੈ, ਸਾਡਾ ਵਿਕਾਸ ਹੋ ਸਕਦਾ ਹੈ। ਰਜ਼ਾ ਜਾਂ ਭਾਣੇ ਤੋਂ ਬਾਹਰ ਕੁਝ ਨਹੀਂ ਕੀਤਾ ਜਾ ਸਕਦਾ। ਕੋਈ ਸਫਲਤਾ ਹਾਸਲ ਨਹੀਂ ਕੀਤੀ ਜਾ ਸਕਦੀ, ਕੋਈ ਸੁੱਖ ਨਹੀਂ ਪਾਇਆ ਜਾ ਸਕਦਾ। ਰੱਬੀ ਹੁਕਮ ਦੇ ਅੰਦਰ ਚੱਲ ਕੇ ਹੀ ਸੁਖੀ ਸ਼ਾਂਤੀ ਜ਼ਿੰਦਗੀ ਬਿਤਾਈ ਜਾ ਸਕਦੀ ਹੈ। ਇਸ ਲਈ ਇਹ ਮਾਲਕ ਸਾਡੇ ਤੇ ਰਹਿਮਤ ਕਰ ਤੇ ਸਾਨੂੰ ਇਹ ਦ੍ਰਿੜਤਾ ਬਖਸ਼, ਸਾਨੂੰ ਇਹ ਵਿਸ਼ਵਾਸ ਆ ਜਾਏ ਕਿ ਹੁਕਮ ਰਜ਼ਾ ਵਿੱਚ ਚੱਲਣਾ ਹੀ ਇੱਕ ਸੱਚੀ ਪੂੰਜੀ ਹੈ, ਸੱਚੀ ਰਾਸ ਹੈ। ਸੱਚ ਸੇਵੈ, ਸੱਚ ਵਣੰਜ ਲਹੈ, ਗੁਣ ਕਥੈ ਨਿਰਾਰੇ। ਸੇਵਹਿ, ਇਹ ਸ਼ਬਦ ਨਾਲ ਬਿੰਦੀ ਲਗਾ ਕੇ ਪੜਾਂਗੇ ਸੇਵਹਿ, ਕਿਉਂਕਿ ਜਦੋਂ ਵੀ ਕਿਸੇ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਨਾਲ ਸਿਹਾਰੀ ਲੱਗੀ ਹੋਵੇ ਤਾਂ ਉਹ ਆਮ ਕਰਕੇ ਬਹੁਵਚਨੀ ਸ਼ਬਦ ਹੁੰਦਾ ਹੈ। ਉਸ ਦਾ ਉਚਾਰਨ ਨਾਸਕੀ ਹੋਵੇਗਾ, ਜਿਵੇਂ ਲੇਹੇ, ਦੇਹੇ, ਖਾਹੇ, ਜਾਹੇ, ਪਾਹੇ, ਆਵੇਂ, ਜਾਵੇਂ, ਉਤਰੇ, ਚੜੇ, ਜੰਮੇ, ਮਰੇ। ਇਹ ਸਾਰੇ ਬਹੁਵਚਨੀ ਸ਼ਬਦ ਨੇ ਤੇ ਇਹਨਾਂ ਦਾ ਉਚਾਰਨ ਨਾਸਕੀ ਹੋਏਗਾ। ਸੱਚ ਸੇਵੈ, ਜੋ ਮਨੁੱਖ ਸਦਾ ਸੱਚ ਨੂੰ ਯਾਦ ਕਰਦੇ ਨੇ। ਸੇਵੇਂ ਦਾ ਮਤਲਬ ਸੱਚ ਨੂੰ ਯਾਦ ਰੱਖਦੇ ਨੇ। ਸੱਚ ਵਣੰਜ ਲਹੈ, ਵਣੰਜ ਦਾ ਮਤਲਬ ਹੁੰਦਾ ਹੈ ਖਰੀਦਣਾ,
ਜੋ ਸੱਚ ਨੂੰ ਖਰੀਦਦੇ ਨੇ, ਭਾਵ ਜੋ ਸੱਚ ਦਾ ਸੌਦਾ ਇਕੱਠਾ ਕਰਦੇ ਨੇ। ਗੁਣ ਕਥੇ, ਉਹ ਗੁਣ ਉਚਾਰਨ ਕਰਦੇ ਨੇ। ਤੇ ਨਿਰਾਰੇ ਦਾ ਮਤਲਬ ਇਸ ਜਗਤ ਵਿੱਚ ਉਹ ਨਿਰਲੇਪ ਰਹਿੰਦੇ। ਗੁਣ ਕਥੇ ਨਿਰਾਰੇ, ਉਹ ਨਿਰਾਰੇ ਨਿਰਲੇਪ ਪ੍ਰਭੂ ਦੇ ਗੁਣ ਗਾਉਂਦੇ ਨੇ ਔਰ ਸੰਸਾਰ ਦੇ ਵਿਕਾਰਾਂ ਤੋਂ ਨਿਰਲੇਪ ਰਹਿੰਦੇ ਨੇ। ਉਹਨਾਂ ਦੇ ਉੱਤੇ ਕਿਸੇ ਅਵਗੁਣਾਂ ਦਾ ਲੇਪ ਨਹੀਂ ਹੁੰਦਾ। ਜਿਹੜੇ ਸੱਚ ਬੋਲਦੇ ਨੇ, ਸੱਚ ਸੁਣਦੇ ਨੇ, ਸੱਚ ਵੇਖਦੇ ਨੇ, ਸੱਚ ਕਮਾਉਂਦੇ ਨੇ, ਰੱਬੀ ਗੁਣਾਂ ਨੂੰ ਗਾਉਂਦੇ ਨੇ, ਗੁਣਾਂ ਦੇ ਧਾਰਨੀ ਨੇ, ਉਹ ਨਿਰਾਲੇ ਨੇ, ਨਿਰਲੇਪ ਨੇ। ਉਹਨਾਂ ਦੇ ਅੰਦਰ ਮੇਰ ਤੇਰ ਦੇ ਵਿਤਕਰੇ ਨਹੀਂ, ਉਹ ਵਿਕਾਰਾਂ ਵਿੱਚ ਨਹੀਂ ਫਸੇ ਹੋਏ, ਸੰਸਾਰ ਵਿੱਚ ਰਹਿੰਦੇ ਹੋਏ ਹੀ ਨਿਰਲੇਪ ਨੇ। ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਰਹਿੰਦਾ, ਜਿਵੇਂ ਪਾਣੀ ਦੇ ਵਿੱਚ ਮੁਰਗਾ, ਜਿਵੇਂ ਇਹ ਐਸੇ ਤਰ੍ਹਾਂ ਉਹ ਇਸ ਸੰਸਾਰ ਦੇ ਅੰਦਰ ਰਹਿੰਦੇ, ਜ਼ਿੰਦਗੀ ਜੀਂਦੇ ਹੋਏ ਅਵਗੁਣਾਂ ਤੋਂ, ਮੋਹ ਤੋਂ ਬਿਲਕੁਲ ਨਿਰਲੇਪ ਰਹਿੰਦੇ ਨੇ, ਕਿਉਂਕਿ ਉਹ ਨਿਰਲੇਪ ਦੇ ਨਾਲ ਜੁੜ ਗਏ ਹੁੰਦੇ। ਸੇਵਕ ਭਾਏ ਸੇ ਜਨ ਮਿਲੇ, ਗੁਰ ਸ਼ਬਦ ਸਵਾਰੇ। ਸ਼ਬਦ ਨਹੀਂ ਪੜਨਾ, ਸੱਸੇ ਦੇ ਪੈਰ ਥੱਲੇ ਬਿੰਦੀ ਲਾ ਕੇ ਸ਼ਬਦ। ਸੇਵਕ ਭਾਏ ਦਾ ਮਤਲਬ ਦਾਸ ਭਾਵਨਾ ਦੇ ਨਾਲ, ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਦਾਸ ਵਾਲੀ ਭਾਵਨਾ ਹੈ ਕਿ ਮੈਂ ਪ੍ਰਭੂ ਦਾ ਦਾਸ ਹਾਂ, ਉਹ ਸਤਿਗੁਰ ਦੇ ਸ਼ਬਦ ਦੁਆਰਾ ਸਵਾਰੇ ਜਾ ਕੇ ਸੇਵਕ ਸੁਭਾਅ ਵਾਲੇ ਹੋ ਕੇ ਉਸ ਪ੍ਰਭੂ ਨੂੰ ਮਿਲਦੇ ਨੇ। ਯਾਨੀ ਪ੍ਰਭੂ ਦੇ ਸੇਵਕ ਬਣ ਕੇ, ਰੱਬੀ ਰਜ਼ਾ ਦੇ ਅੰਦਰ ਚੱਲ ਕੇ, ਸ਼ਬਦ ਰਾਹੀਂ ਆਪਣੇ ਆਪ ਨੂੰ ਸਵਾਰ ਕੇ ਰੱਬ ਦੇ ਵਿੱਚ ਮਿਲ ਜਾਂਦੇ ਨੇ। ਹੁਣ ਪ੍ਰਭੂ ਦੇ ਅੰਦਰ ਮਿਲਣ ਵਾਸਤੇ ਸਾਡੇ ਕੋਲ ਕਿਹੜਾ ਸਾਧਨ ਹੈ? ਕਿ ਅਸੀਂ ਦਾਸ ਬਣਨਾ ਹੈ, ਯਾਨੀ ਸਮਰਪਣ ਕਰਨਾ ਹੈ ਰੱਬੀ ਰਜ਼ਾ ਪਾਣੇ ਅੱਗੇ। ਦੂਜੀ ਗੱਲ ਹੈ ਕਿ ਗੁਰੂ ਦੇ ਸ਼ਬਦ ਨਾਲ ਅਸੀਂ ਆਪਣੇ ਆਪ ਨੂੰ ਸਵਾਰਨਾ ਹੈ। ਇੱਥੇ ਸ਼ਬਦ ਦਾ ਮਤਲਬ ਹੈ ਗੁਰੂ ਦਾ ਗਿਆਨ, ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਦਿੱਤਾ ਹੋਇਆ ਉਪਦੇਸ਼, ਗੁਰੂ ਦਾ ਦਿੱਤਾ ਵੇ ਆਫ ਲਾਈਫ। ਇਸ ਜੀਵਨ ਨੂੰ ਅਸਾਂ ਸਵਾਰਨਾ ਹੈ ਗੁਰੂ ਦੇ ਗਿਆਨ ਰਾਹੀਂ। ਜੋ ਕੁਝ ਗੁਰਬਾਣੀ ਸਾਨੂੰ ਜ਼ਿੰਦਗੀ ਜੀਣ ਵਾਸਤੇ ਕਹਿੰਦੀ ਹੈ, ਅਸੀਂ ਉਸ ਟਾਈਪ ਦਾ ਜੀਵਨ ਜੀਣਾ ਹੈ। ਜਿਵੇਂ ਆਪਾਂ 6 ਗੱਲਾਂ ਆਮ ਕਰਦੇ ਹਾਂ ਦੂਜੇ ਚੌਥੇ ਦਿਨ। ਅੱਖਾਂ ਨਾਲ ਹਰ ਇੱਕ ਵਿੱਚ ਰੱਬ ਦੀ ਜੋਤ ਨੂੰ ਤੱਕਣਾ, ਹਰ ਧੀ ਭੈਣ ਨੂੰ ਧੀ ਭੈਣ ਕਰ ਜਾਣਨਾ, ਕੰਨਾਂ ਨਾਲ ਸੱਚ ਸੁਣਨਾ, ਹੱਥਾਂ ਨਾਲ ਚੰਗੀ ਕਿਰਤ ਕਰਨੀ, ਪੈਰਾਂ ਨਾਲ ਸਿੱਧੇ ਰਾਹਾਂ ਤੇ ਜਾਣਾ, ਜ਼ਬਾਨ ਨਾਲ ਸੱਚ ਔਰ ਪਿਆਰੇ ਬੋਲ ਬੋਲਣੇ, ਮਨ ਕਰਕੇ ਸੱਚ ਸੋਚਣਾ। ਇਹ ਹੈ ਗੁਰੂ ਸ਼ਬਦ ਰਾਹੀਂ ਆਪਣੇ ਆਪ ਨੂੰ ਸਵਾਰਨਾ, ਆਪਣੇ ਬੋਲਾਂ ਨੂੰ, ਆਪਣੀ ਸੋਚ ਨੂੰ ਔਰ ਆਪਣੇ ਬਿਹੇਵੀਅਰ ਨੂੰ, ਔਰ ਆਪਣੀ ਜ਼ਿੰਦਗੀ ਦੇ ਅੰਦਰ ਇਹਨਾਂ ਚੀਜ਼ਾਂ ਲਈ ਪਿਆਰ ਪੈਦਾ ਕਰਨਾ। ਜੋ ਪ੍ਰਭੂ ਦਾ ਦਾਸ ਹੋ ਗਿਆ, ਯਾਨੀ ਰਜਾ ਵਿੱਚ ਤੁਰੇਗਾ ਔਰ ਗੁਰੂ ਸ਼ਬਦ ਰਾਹੀਂ ਆਪਣੇ ਆਪ ਨੂੰ ਸਵਾਰ ਲਵੇਗਾ, ਉਹ ਰੱਬ ਵਿੱਚ ਮਿਲ ਜਾਏਗਾ। ਯਾਨੀ ਆਪਣੇ ਆਪ ਨੂੰ ਸਵਾਰ ਲੈਣਾ ਹੀ ਰੱਬ ਨੂੰ ਮਿਲ ਜਾਣਾ ਹੈ। ਇਹ ਗੱਲ ਆਪਣੇ ਪੱਲੇ ਬੰਨ। ਤੂੰ ਸੱਚਾ ਸਾਹਿਬ ਅਲਖ ਹੈ, ਗੁਰ ਸ਼ਬਦ ਲਖਾਰੇ। ਇਹਨੂੰ ਹੈ ਨਹੀਂ ਪੜਨਾ, ਹੈ ਪੜਨਾ ਹੈ, ਕਿਉਂਕਿ ਸੈਕਿੰਡ ਪਰਸਨ ਨਾਲ ਗੱਲ ਹੋ ਰਹੀ ਹੈ, ਸਾਹਮਣੇ ਡਾਇਰੈਕਟ ਰੱਬ ਦੇ ਨਾਲ ਗੱਲ ਹੋ ਰਹੀ ਹੈ। ਦੇਖੋ, ਜੇ ਤੁਸੀਂ ਗੁਰਬਾਣੀ ਨੂੰ ਪਿਆਰ ਨਾਲ ਪੜੋਗੇ ਨਾ, ਤੇ ਤੁਹਾਡੀਆਂ ਡਾਇਰੈਕਟ ਰੱਬ ਦੇ ਨਾਲ ਗੱਲਾਂ ਹੋਣਗੀਆਂ। ਤੂੰ ਸੱਚਾ ਸਾਹਿਬ ਅਲਖ ਹੈ, ਗੁਰ ਸ਼ਬਦ ਲਖਾਰੇ। ਦੇਖੋ, ਇਹ ਹੁਣ ਰੱਬ ਦੇ ਨਾਲ ਡਾਇਰੈਕਟ ਗੱਲ ਹੋ ਰਹੀ ਹੈ ਕਿ ਹੇ ਹਰੀ, ਤੂੰ ਸੱਚਾ ਮਾਲਕ ਹੈ ਤੇ ਅਲਖ ਹੈ। ਅਲਖ ਦਾ ਮਤਲਬ ਜੋ ਦਿਸਦਾ ਨਹੀਂ, ਸਮਝ ਵਿੱਚ ਨਹੀਂ ਆਉਂਦਾ। ਸਾਨੂੰ ਇਹਨਾਂ ਅੱਖਾਂ ਦੇ ਨਾਲ ਦਿਸਦਾ ਨਹੀਂ, ਔਰ ਹਕੀਕਤ ਹੈ ਕਿ ਨਹੀਂ ਦਿਸ ਰਿਹਾ। ਹੁਣ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ। ਜੇ ਸਾਡੀਆਂ ਅੱਖਾਂ ਹੋਰ ਹੋਣ ਜਿਨ੍ਹਾਂ ਨਾਲ ਰੱਬ ਦਿਸਦਾ ਹੈ, ਤਾਂ ਫਿਰ ਦਿਸ ਜਾਏਗਾ। ਨਾਨਕ ਸੇ ਅੱਖੜੀਆਂ ਬਿਆਨ, ਜਿਨੀ ਦਿਸਨ ਦੋ ਮਾਂ ਪਿਰੀ। ਉਹ ਅੱਖਾਂ ਹੋਰ ਨੇ ਜਿਨ੍ਹਾਂ ਦੇ ਨਾਲ ਰੱਬ ਦਿਸਦਾ ਹੈ। ਤੇ ਅੱਖਾਂ ਹੋਰ ਦਾ ਮਤਲਬ ਨਹੀਂ ਕਿ ਜੋ ਸਾਡੇ ਡੇਲੇ ਨੇ, ਜੋ ਰੈਟੀਨਾ ਹੈ, ਇਹ ਬਾਹਰ ਕੱਢ ਕੇ ਰੈਟੀਨਾ ਦੂਜਾ ਪਾਉਣਾ ਪਏਗਾ। ਅੱਖਾਂ ਦਾ ਮਤਲਬ ਸੋਚ। ਉਹ ਸੋਚ ਦੂਜੀ ਹੈ ਜੇ ਸੋਚ ਰਾਹੀਂ ਰੱਬ ਦਿਸਦਾ ਹੈ। ਹੁਣ ਸਾਡੀ ਸੋਚ ਹੈ ਕਿ ਅਸੀਂ ਇੱਕ ਦੂਜੇ ਨੂੰ ਜਾਤੀਵਾਦ ਦੇ ਰੂਪ ਵਿੱਚ ਵੇਖਦੇ ਹਾਂ, ਆਪਣੇ ਪਰਾਏ ਦੇ ਰੂਪ ਵਿੱਚ ਵੇਖ ਰਹੇ ਹਾਂ। ਅੱਖਾਂ ਤਾਂ ਇਹੀ ਰਹਿਣਗੀਆਂ।
पर गुरु दे शब्द राही सोच बदल जाएगी। सब में जोत जोत है सोए, जानो जोत ना पूछो जाति। फिर ਅਸੀਂ ਜੋਤ ਵੇਖਾਂਗੇ, ਜਾਤ ਨਹੀਂ ਵੇਖਾਂਗੇ, ਸੋਚ ਬਦਲਣੀ ਹੈ। ਜਦੋਂ ਸੋਚ ਬਦਲਾਂਗੇ ਤਾਂ ਨਜ਼ਰ ਬਦਲੇਗੀ, ਨਜ਼ਾਰੇ ਆਪੇ ਬਦਲ ਜਾਣਗੇ। ਡਾਇਰੈਕਸ਼ਨ ਨਾਲ ਬਦਲਣ ਨਾਲ ਡੈਸਟੀਨੇਸ਼ਨ ਚੇਂਜ ਆਪੇ ਹੀ ਹੋ ਜਾਂਦਾ ਹੈ। ਇਸ ਲਈ ਜਦੋਂ ਸੋਚ ਬਦਲੇਗੀ ਤਾਂ ਸਾਨੂੰ ਮਨੁੱਖਾਂ ਦੇ ਵਿੱਚ ਰੱਬ ਦਿਸੇਗਾ, ਕੁਦਰਤ ਵਿੱਚ ਰੱਬ ਦਿਸੇਗਾ। ਫਿਰ ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਔਰ ਸਤਿਕਾਰ ਕਰਾਂਗੇ। ਤਾਂ हे ਮਾਲਕ, ਤੂੰ ਸਾਡੀ ਸਮਝ ਤੋਂ ਪਰੇ ਹੈ, ਦਿਸਦਾ ਨਹੀਂ। ਗੁਰ ਸ਼ਬਦ ਲਖਾਰੇ, ਲਖਾਰੇ ਦਾ ਮਤਲਬ ਸੂਝ ਪੈਂਦੀ ਹੈ, ਸਮਝਿਆ ਜਾਂਦਾ ਹੈ, ਦਿਸ ਪੈਂਦਾ ਹੈ। ਤੂੰ ਆਪਣਾ ਆਪਾ ਵਿਖਾ ਦਿੰਦਾ ਹੈ, ਦਰਸ਼ਨ ਦੇ ਦਿੰਦਾ ਹੈ, ਤੇਰੇ ਦੀਦਾਰ ਹੋ ਜਾਂਦੇ ਨੇ। ਕਿਵੇਂ? ਗੁਰ ਸ਼ਬਦ, ਇੱਥੇ ਸ਼ਬਦ ਦੇ ਦੱਦੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਸ਼ਬਦ ਰਾਹੀਂ। ਗੁਰ ਦੇ ਰਾਰੇ ਥੱਲੇ ਔਂਕੜ ਤਾਂ ਨਹੀਂ ਹੈ ਕਿ ਇੱਥੇ ਦੀ ਸ਼ਬਦ ਜਾਂ ਦਾ ਸ਼ਬਦ ਸੰਬੰਧ ਕੀ ਹੈ ਔਰ ਸਾਇਲੈਂਟ ਹੈ। ਗੁਰ ਸ਼ਬਦ ਦਾ ਮਤਲਬ ਗੁਰੂ ਦੇ ਸ਼ਬਦ ਰਾਹੀਂ। ਲਖਾਰੇ ਦਾ ਮਤਲਬ ਤੂੰ ਦਿਸ ਪੈਂਦਾ ਹੈ, ਸਮਝ ਆ ਜਾਂਦਾ ਹੈ। ਜੇ ਅਸੀਂ ਗੁਰੂ ਦੇ ਸ਼ਬਦ ਨੂੰ ਅਪਣਾ ਲਈਏ, ਸ਼ਬਦ ਦਾ ਮਤਲਬ ਉਪਦੇਸ਼, ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ। ਜੇ ਅਸੀਂ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਈਏ, ਸਾਨੂੰ ਗੁਰੂ ਦੀ ਦਿੱਤੀ ਕਾਮਨ ਸੈਂਸ, ਵਿਵੇਕ, ਬੁੱਧ ਮਿਲ ਜਾਏ, ਤਾਂ ਫਿਰ ਤੇਰੇ ਦਰਸ਼ਨ ਹੋ ਜਾਂਦੇ ਨੇ। ਇਹਨਾਂ ਅੱਖਾਂ ਨਾਲ ਹੀ ਦਿਸ ਪੈਂਦਾ, ਅੱਖਾਂ ਇਹੀ ਰਹਿਣਗੀਆਂ। ਬਸ ਬਿਰਤੀ ਬਦਲ ਜਾਣੀ ਹੈ, ਆਪਣੇ ਮੇਰ ਤੇਰ ਦੇ ਵਿਤਕਰੇ ਖਤਮ ਹੋ ਜਾਣੇ ਨੇ, ਔਰ ਰੱਬ ਬੰਦੇ ਦੇ ਰੂਪ ਵਿੱਚ ਹੀ ਨਜ਼ਰੀ ਆਏਗਾ ਤੇ ਬੰਦਾ ਬੰਦੇ ਨਾਲ ਰੱਬ ਵਰਗਾ ਪਿਆਰ ਕਰਨਾ ਆਰੰਭੇਗਾ। ਸ਼ਲੋਕ ਮਹਿਲਾ ਚੌਥਾ। ਜਿਸ ਅੰਦਰ ਤਾਤ ਪਰਾਈ ਹੋਵੇ, ਤਿਸ ਕਾ ਕਦੇ ਨਾ ਹੋਵੇ ਭਲਾ। ਤਾਤ ਦਾ ਮਤਲਬ ਹੈਗਾ ਈਰਖਾ, ਸਾੜਾ। ਜਿਸ ਅੰਦਰ, ਜਿਸ ਦੇ ਵੀ ਵਿੱਚ ਪਰਾਈ ਈਰਖਾ ਹੈ, ਜੈਲਸੀ ਹੈ, ਇਸਕਾ ਕਦੇ ਨਾ ਹੋਵੇ ਭਲਾ, ਉਹਦਾ ਆਪਣਾ ਵੀ ਕਦੇ ਭਲਾ ਨਹੀਂ ਹੁੰਦਾ। ਹੁਣ ਦੇਖੋ, ਜਿਸ ਅੰਦਰ, ਜਿਹਦੇ ਵੀ ਅੰਦਰ ਹੋਏ, ਇਹ ਨਹੀਂ ਕਿ ਤੁਹਾਡੇ ਅੰਦਰ ਈਰਖਾ ਹੋਏ ਤੇ ਤੁਹਾਡਾ ਭਲਾ ਨਹੀਂ ਹੋਏਗਾ ਤੇ ਮੇਰੇ ਅੰਦਰ ਹੋਏ ਤੇ ਹੋ ਜਾਏਗਾ ਨਾ। ਜਿਹਦੇ ਵੀ ਅੰਦਰ ਹੈ, ਉਹ ਕੋਈ ਵੀ, ਇਹ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲਾ, ਗੋਰਾ, ਅਮੀਰ, ਗਰੀਬ, ਇਸਤਰੀ, ਪੁਰਸ਼, ਬੱਚੀ, ਬੱਚਾ, ਜਵਾਨ, ਪੜਿਆ, ਅਨਪੜ, ਰਾਜਾ, ਪ੍ਰਜਾ, ਕੋਈ ਵੀ, ਜਿਹਦੇ ਵੀ ਅੰਦਰ ਈਰਖਾ ਹੈ, ਜੈਲਸੀ ਹੈ ਕਿਸੇ ਦੂਜੇ ਵਾਸਤੇ, ਉਹਦਾ ਆਪਣਾ ਵੀ ਕਦੇ ਭਲਾ ਨਹੀਂ ਹੁੰਦਾ। ਇਸ ਲਈ ਜੇ ਅਸੀਂ ਆਪਣਾ ਭਲਾ ਚਾਹੁੰਦੇ ਆ ਨਾ, ਤਾਂ ਸਾਨੂੰ ਗੁਰਬਾਣੀ ਚੋਂ ਇਹ ਸੇਧ ਮਿਲ ਰਹੀ ਹੈ ਕਿ ਸਾਨੂੰ ਈਰਖਾ ਖਤਮ ਕਰਨੀ ਚਾਹੀਦੀ ਹੈ। ਹੁਣ ਕਿਵੇਂ ਨਹੀਂ ਭਲਾ ਹੁੰਦਾ, ਇਹ ਸਮਝਣ ਵਾਲੀ ਗੱਲ ਹੈ। ਮੰਨ ਲਓ ਤੁਸੀਂ ਇੱਥੇ ਬਿਲਕੁਲ ਸ਼ਾਂਤ ਬੈਠੇ ਹੋ, ਬੜੀ ਖੁਸ਼ੀ ਵਾਲੀ ਜ਼ਿੰਦਗੀ ਜੀ ਰਹੇ ਹੋ, ਲੇਕਿਨ ਸਾਡੇ ਪੜੋਸੀ ਨੇ ਕਾਰ ਲੈਣ ਦੀ ਮਰਸੀਡੀਜ਼ ਖਰੀਦ ਕੇ, ਤੇ ਸਾਡੇ ਅੰਦਰ ਹੁਣ ਜੈਲਸੀ ਪੈਦਾ ਹੋ ਗਈ। ਇਹ ਕਾਰ ਲੈ ਨੇ, ਹੁਣ ਅਸੀਂ ਕਲਪ ਰਹੇ ਹਾਂ ਅੰਦਰੇ ਅੰਦਰ, ਤੇ ਜਦੋਂ ਤੱਕ ਮੇਰੇ ਅੰਦਰ ਜੈਲਸੀ ਰਹੇਗੀ, ਉਦੋਂ ਤੱਕ ਮੇਰੇ ਅੰਦਰ ਸ਼ਾਂਤੀ ਨਹੀਂ ਆਉਣੀ ਨਾ, ਮੈਂ ਸੜਦੇ ਰਹਿਣਾ। ਹੁਣ ਦੂਜਿਆਂ ਦੀ ਈਰਖਾ ਕਰਕੇ ਮੈਂ ਕਹਿੰਦਾ ਫਿਰਾਂਗਾ, ਐਵੇਂ ਥੋੜੀ ਮਰਸੀਡੀਜ਼ ਆ ਜਾਂਦੀ ਹੈ, ਠੱਗੀਆਂ ਮਾਰਦੇ ਨੇ, 2 ਨੰਬਰ ਦੇ ਧੰਦੇ ਕਰਦੇ ਨੇ, ਤੇ ਹੁਣ ਮੇਰਾ ਭਲਾ ਨਹੀਂ ਹੋਣਾ, ਕਿਉਂਕਿ ਇੱਕ ਤੇ ਮੈਂ ਅੰਦਰੇ ਅੰਦਰ ਸੜ ਰਿਹਾ ਹਾਂ, ਮੇਰੀ ਸ਼ਾਂਤੀ ਗਵਾਚ ਗਈ ਹੈ। ਦੂਜੇ ਨੰਬਰ ਤੇ ਮੈਂ ਜਿਨ੍ਹਾਂ ਦੇ ਸਾਹਮਣੇ ਨਿੰਦਿਆ ਕਰਾਂਗਾ, ਬਦਖੋਈ ਕਰਾਂਗਾ, ਉਹਨਾਂ ਦੀ ਨਜ਼ਰ ਦੇ ਵਿੱਚ ਵੀ ਮੈਂ ਗਿਰਾਂਗਾ ਕਿ ਇਹ ਬੰਦਾ ਈਰਖਾ ਕਰ ਰਿਹਾ ਹੈ। ਤੇ ਜਦੋਂ ਉਸ ਬੰਦੇ ਤੱਕ ਇਹ ਗੱਲ ਪਹੁੰਚੇਗੀ ਜਿਸ ਤੇ ਮੈਂ ਖਿਲਾਫ ਬੋਲ ਰਿਹਾ, ਉਹਦੀ ਔਰ ਮੇਰੀ ਵੀ ਦੂਰੀ ਵਧੇਗੀ, ਉਹਦੀਆਂ ਨਜ਼ਰਾਂ ਵਿੱਚ ਵੀ ਗਿਰਾਂਗਾ, ਤਾਂ ਫਿਰ ਮੇਰਾ ਭਲਾ ਨਾ ਹੋਇਆ। ਤੇ ਈਰਖਾ ਕਰਕੇ ਮੇਰੇ ਪੱਲੇ ਕੀ ਪਿਆ? ਕੁਛ ਵੀ ਨਾ। ਕਾਰ ਗੁਆਂਢੀਆਂ ਨੇ ਲਈ ਹੈ, ਪੈਟਰੋਲ ਉਹਨਾਂ ਨੇ ਪਵਾਉਣਾ ਹੈ, ਕਿਸ਼ਤਾਂ ਉਹਨਾਂ ਨੇ ਭਰੀਆਂ ਨੇ, ਪੈਸੇ ਉਹਨਾਂ ਦੇ ਲੱਗੇ ਨੇ, ਤੇ ਮੈਂ ਐਵੇਂ ਦੁਖੀ ਖਾਮਖਾਈ। ਇਹ ਸਾਡੀ ਦੁਨੀਆ ਦਾ ਹਾਲ ਹੈ। ਔਰ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜੋ ਸਾਡੇ ਜੀਵਨ ਦੇ ਵਿੱਚ ਬਹੁਤ ਵੱਡੀ ਚੇਂਜਿੰਗ ਲਿਆ ਸਕਦੀਆਂ ਨੇ। ਆਮ ਕਰਕੇ ਕਿਹਾ ਜਾਂਦਾ, ਜਦੋਂ ਆਪਾਂ ਇਸ ਤਰ੍ਹਾਂ ਗੁਰਬਾਣੀ ਦੀ ਵਿਚਾਰ ਕਰਦੇ ਆ ਨਾ, ਤਾਂ ਆਮ ਲੋਕ ਕਹਿ ਦਿੰਦੇ ਨੇ ਜੀ ਇਹ ਤੇ ਦੁਨਿਆਵੀ ਗੱਲਾਂ ਹੀ ਕਰੀ ਜਾਂਦੇ ਨੇ, ਪਰਮਾਰਥ ਦੀ ਕੋਈ ਗੱਲ ਕਰੋ, ਰੱਬ ਦੀ ਕੋਈ ਗੱਲ। ਦਰਅਸਲ ਸਾਨੂੰ ਲੋੜ ਇਹਨਾਂ ਗੱਲਾਂ ਦੀ ਹੈ। ਗੁਰੂ ਜੀ ਨੇ ਬਚਨ ਹੀ ਇਹ ਕੀਤੇ ਨੇ। ਸਾਡਾ ਸੁੱਖ ਔਰ ਦੁੱਖ
ਇਹਨਾਂ ਗੱਲਾਂ ਦੇ ਉੱਤੇ ਹੀ ਡਿਪੈਂਡ ਹੈ। ਜਿਹੜੇ ਲੋਕ ਕਹਿੰਦੇ ਨੇ ਨਾ ਕਿ ਇਹ ਤਾਂ ਦੁਨਿਆਵੀ ਗੱਲਾਂ ਨੇ, ਅਸਲ ਦੇ ਅੰਦਰ ਉਹਨਾਂ ਦੇ ਦਿਮਾਗ ਦੇ ਅੰਦਰ ਇੱਕ ਐਸੀ ਚੀਜ਼ ਭਰੀ ਪਈ ਹੈ ਕਿ ਸਾਨੂੰ ਉਹ ਚੀਜ਼ਾਂ ਸੁਣਾਓ ਕਿ ਜੇ ਤੁਸੀਂ ਇੱਥੇ ਭਲਾ ਕੰਮ ਕਰੋਗੇ ਤੇ ਤੁਹਾਨੂੰ ਮਰਨ ਤੋਂ ਬਾਅਦ ਸਵਰਗ ਮਿਲੇਗਾ, ਨਹੀਂ ਤੇ ਤੁਸੀਂ ਨਰਕ ਵਿੱਚ ਪਓਗੇ। ਉਹਨਾਂ ਦੀ ਵਾਦੀ ਇਹ ਬਣੀ ਹੋਈ ਹੈ। ਉਹਨਾਂ ਨੂੰ ਇਹ ਸੁਣਨ ਨੂੰ ਚਾਹੀਦਾ ਹੈ ਕਿ ਨਾ ਜੀ ਸਮਾਧੀ ਲਾਓ, ਸਮਾਧੀ ਲਾਇਆ ਤੁਹਾਡੇ ਅੰਦਰ ਬੰਸਰੀਆਂ ਵੱਜਣਗੀਆਂ, ਢੋਲਕੀਆਂ ਵੱਜਣਗੀਆਂ। ਉਹ ਨਾ ਢੋਲਕੀਆਂ ਵਾਜੇ ਜਿਹੜੀਆਂ ਬਨੌਟੀ ਚੀਜ਼ਾਂ ਨੇ ਉਹ ਸੁਣਨਾ ਚਾਹੁੰਦੇ ਨੇ। ਗੁਰੂ ਜੀ ਸਾਨੂੰ ਅਸਲੀਅਤ ਦੇ ਨਾਲ ਜੋੜ ਰਹੇ ਨੇ ਕਿ ਅਸਲੀਅਤ ਇਹ ਹੈ, ਤੁਸੀਂ ਮੰਦਰਾਂ ਮਸੀਤਾਂ ਗੁਰਦੁਆਰਿਆਂ ਵਿੱਚ ਮੱਥੇ ਟੇਕਦੇ ਰਹੋ, ਧਰਮ ਗ੍ਰੰਥ ਪੜ੍ਹਦੇ ਰਹੋ, ਧਾਰਮਿਕ ਬਾਣੇ ਪਾਈ ਰੱਖੋ, ਪਰ ਜੇ ਤੁਹਾਡੇ ਅੰਦਰ ਈਰਖਾ ਹੈ ਤਾਂ ਤੁਸੀਂ ਸ਼ਾਂਤ ਨਹੀਂ ਰਹਿ ਸਕਦੇ, ਤੁਸੀਂ ਧਰਮੀ ਨਹੀਂ ਹੋ। ਤੁਹਾਡੀ ਇਹ ਸ਼ਾਂਤੀ ਦਾ ਕਾਰਨ ਤੁਹਾਡੀ ਈਰਖਾ ਹੈ, ਔਰ ਈਰਖਾ ਨੇ ਹੀ ਬੰਦੇ ਨੂੰ ਬੰਦੇ ਤੋਂ ਦੂਰ ਕੀਤਾ ਹੋਇਆ ਹੈ। ਈਰਖਾ ਹੀ ਵੈਰ ਵਿਰੋਧ ਦੇ ਅੰਦਰ ਵੱਜ ਜਾਂਦੀ ਹੈ। ਈਰਖਾ ਔਰ ਵੈਰ ਕਰਕੇ ਹੀ ਮਿਜ਼ਾਈਲਾਂ, ਟੈਂਕ, ਤੋਪ ਔਰ ਪਰਮਾਣੂ ਬੰਬ ਬਣਾਉਣੇ ਪੈ ਰਹੇ ਨੇ। ਇਸ ਲਈ ਗੁਰੂ ਜੀ ਕਹਿੰਦੇ ਨੇ ਜਿਸ ਦੇ ਅੰਦਰ ਕਿਸੇ ਦੂਜੇ ਦੇ ਵਾਸਤੇ ਈਰਖਾ ਹੁੰਦੀ ਹੈ, ਉਹਦਾ ਆਪਣਾ ਵੀ ਕਦੇ ਭਲਾ ਨਹੀਂ ਹੁੰਦਾ। ਉਸ ਤੇ ਆਖਿਆ ਕੋਈ ਨਾ ਲੱਗੇ, ਨਿਤ ਉਜਾੜੀ ਪੁਕਾਰੇ ਖਲਾ। ਉਜਾੜੀ ਨਹੀਂ ਪੜਨਾ, ਬਿੰਦੀ ਲਗਾਣੀ ਹੈ, ਉਜਾੜੀ। ਉਸ ਤੇ ਆਖੇ, ਉਸ ਨਹੀਂ ਪੜਨਾ ਕਿਉਂਕਿ ਊੜੇ ਦਾ ਮੂੰਹ ਖੁੱਲਾ ਹੈ। ਉਸ ਦੇ ਆਖਿਆ, ਆਖੀਏ ਨਹੀਂ ਬੋਲਣਾ, ਆਖਿਆ। ਨਿਤ ਉਜਾੜੀ ਪੁਕਾਰੇ ਖਲਾ। ਉਜਾੜੀ ਦਾ ਮਤਲਬ ਜੰਗਲਾਂ ਵਿੱਚ ਉਜਾੜ। ਹੁਣ ਜਿਵੇਂ ਕੋਈ ਬੰਦਾ ਜੰਗਲ ਦੇ ਵਿੱਚ ਖਲੋਤਾ ਹੋਇਆ ਨਾ, ਉਜਾੜ ਬਿਆਬਾਨ, ਤੇ ਉੱਥੇ ਕੋਈ ਬੰਦਾ ਜ਼ੋਰ-ਜ਼ੋਰ ਦੀ ਆਵਾਜ਼ਾਂ ਮਾਰੇ ਕਿਸੇ ਨੂੰ, ਤੇ ਉਹਦੀ ਗੱਲ ਕੋਈ ਸੁਣੇਗਾ ਹੀ ਨਹੀਂ ਕਿਉਂਕਿ ਉੱਥੇ ਹੈ ਹੀ ਨਹੀਂ, ਹੈ ਨਾ। ਜਿਵੇਂ ਕੋਈ ਉਜਾੜਾਂ ਦੇ ਅੰਦਰ ਬੰਦਾ ਚੀਕਾਂ ਮਾਰਦਾ ਹੈ ਹੈਲਪ ਵਾਸਤੇ, ਉਹਦੀ ਕੋਈ ਹੈਲਪ ਨਹੀਂ ਕਰਦਾ। ਔਰ ਇਹਨੂੰ ਥੋੜਾ ਜਿਹਾ ਹੋਰ ਸਮਝ ਲੈਣਾ, ਜਿਸ ਕਰਕੇ ਸਾਨੂੰ ਸਮਝ ਆ ਜਾਏ, ਜਦੋਂ ਕੋਈ ਬੇਗਾਨੇ ਦੇਸ਼ ਤੇ ਜੰਗਲ ਦੇ ਵਿੱਚ ਫਸ ਜਾਏ ਨਾ, ਆਪਣੇ ਇਲਾਕੇ ਦੇ ਜੰਗਲ ਦਾ ਬੰਦੇ ਨੂੰ ਪਤਾ ਹੁੰਦਾ, ਭੇਤ ਹੁੰਦਾ ਕੁਛ, ਪਰ ਜਦੋਂ ਕਿਸੇ ਬੇਗਾਨੇ ਇਲਾਕੇ ਦੇ ਜੰਗਲ ਵਿੱਚ ਫਸ ਜਾਏ ਨਾ ਮੁਸਾਫਰ, ਰਾਹ ਲੱਭਦਾ ਨਹੀਂ ਪਿਆ, ਜੰਗਲ ਦੇ ਵਿੱਚ ਉਲਝ ਗਿਆ ਹੈ ਕਿ ਬਾਹਰ ਕਿਧਰੋਂ ਜਾਣਾ ਹੈ। ਜੰਗਲ ਵਿੱਚ ਜੰਗਲੀ ਜਾਨਵਰਾਂ ਦਾ ਖਤਰਾ ਹੈ, ਸ਼ੇਰ ਕੀਤਾ ਵੀ ਕੋਈ ਮਾਰ ਸਕਦਾ ਹੈ, ਕੋਈ ਰਿੱਛ ਆਣ ਕੇ ਪਾੜ ਦੇਵੇ, ਸੱਪ ਲੜ ਜਾਏ, ਬਿੱਛੂ ਕੱਟ ਜਾਏ। ਜੰਗਲ ਦੇ ਵਿੱਚ ਚੋਰ ਲੁਟੇਰੇ ਡਾਕੂ ਵੀ ਹੋ ਸਕਦੇ ਨੇ, ਭੁੱਖ ਪਿਆਸ ਵੀ ਲੱਗੀ ਹੋਵੇ, ਤੇ ਐਸੇ ਮਨੁੱਖ ਦਾ ਫਿਰ ਹਾਲ ਕੀ ਹੋ ਜਾਂਦਾ ਹੈ। ਬਾਹਰ ਬਿਡਾਨੜਾ ਹੁਮਸ ਧੁੰਮਸ ਕੂਕਾਂ ਪਈਆਂ ਰਾਹੀਂ, ਤੇ ਉਧਰੋਂ ਧੁੱਪ ਲੱਗੀ ਹੋਏ, ਭਾਦਰੋਂ ਦੇ ਦਿਨ ਹੋਣ, ਬਗਾਨੇ ਜੰਗਲ ਦੇ ਵਿੱਚ ਬੰਦਾ ਫਸ ਜਾਏ ਤੇ ਬੰਦਿਆਂ ਦੀਆਂ ਡਾਡਾਂ ਨਿਕਲ ਜਾਂਦੀਆਂ ਨੇ। ਇਹ ਕੰਡੀਸ਼ਨ ਉਸ ਬੰਦੇ ਦੀ ਹੋ ਜਾਂਦੀ ਹੈ ਜਿਹੜਾ ਬੰਦਾ ਈਰਖਾ ਕਰਦਾ ਹੈ ਅੰਦਰ। ਉਸ ਤੇ ਆਖੇ ਕੋਈ ਨਾ ਲੱਗੇ। ਜਿਹੜਾ ਈਰਖਾ ਕਰਨ ਵਾਲਾ, ਚੁਗਲੀਆਂ ਕਰਨ ਵਾਲਾ ਬੰਦਾ ਨਾ, ਉਹਦੇ ਆਖੇ ਕੋਈ ਨਹੀਂ ਲੱਗਦਾ। ਆਖੇ ਨਾ ਲੱਗਣ ਦਾ ਮਤਲਬ ਉਹਦੇ ਤੇ ਕੋਈ ਵਿਸ਼ਵਾਸ ਨਹੀਂ ਕਰਦਾ। ਕਈ ਹੁੰਦੇ ਨੇ ਨਾ ਲੋਕ ਪਿੰਡਾਂ ਦੇ ਵਿੱਚ, ਸ਼ਹਿਰਾਂ ਵਿੱਚ, ਸਾਡੇ ਅੜੋਸ ਪੜੋਸ ਵਿੱਚ, ਅਸੀਂ ਆਪ ਵੀ ਉਸ ਕੈਟੇਗਰੀ ਵਿੱਚ ਆ ਸਕਦੇ ਹਾਂ ਕਿ ਜਿਹੜੇ ਬੰਦੇ ਬਦਖੋਈ ਹੀ ਕਰਦੇ ਨੇ, ਉਹ ਤੇ ਫਿਰ ਕੋਈ ਵਿਸ਼ਵਾਸ ਨਹੀਂ ਕਰਦਾ। ਲੋਕ ਕਹਿੰਦੇ ਨੇ ਇਹਨੇ ਬਕ-ਬਕ ਕਰਨੀ ਹੈ, ਇਹ ਸ਼ਬਦ ਅਸੀਂ ਆਮ ਬੋਲਦੇ, ਉੱਤੇ ਕੋਈ ਵਿਸ਼ਵਾਸ ਨਹੀਂ ਕਰਦਾ। ਨਿਤ ਉਜਾੜੀ ਪੁਕਾਰੇ ਖਲਾ, ਉਹਦੀ ਕੰਡੀਸ਼ਨ ਐਸੀ ਹੁੰਦੀ ਹੈ ਜਿਵੇਂ ਉਹ ਕਿਸੇ ਉਜਾੜ ਦੇ ਬੀਆਬਾਨ ਦੇ ਅੰਦਰ ਪੁਕਾਰ ਕਰ ਰਿਹਾ ਹੋਵੇ, ਯਾਨੀ ਮਾਨਸਿਕ ਤੌਰ ਤੇ ਉਹ ਐਸਾ ਉਲਝਿਆ ਹੁੰਦਾ ਹੈ, ਪਰੇਸ਼ਾਨ ਹੁੰਦਾ ਹੈ, ਔਰ ਉਹਦੇ ਤੇ ਕੋਈ ਵਿਸ਼ਵਾਸ ਵੀ ਨਹੀਂ ਕਰਦਾ। ਈਰਖਾ ਕਰਨ ਨਾਲ ਅਸੀਂ ਆਪਣਾ ਵਿਸ਼ਵਾਸ ਵੀ ਗਵਾ ਲੈਂਦੇ ਹਾਂ, ਔਰ ਆਪਣੇ ਮਨ ਦੀ ਸ਼ਾਂਤੀ ਵੀ ਭੰਗ ਕਰ ਲੈਂਦੇ ਹਾਂ, ਤੇ ਜੀਵਨ ਦੇ ਸਹੀ ਰਾਸਤੇ ਤੋਂ ਵੀ ਭੁੱਲ ਜਾਂਦੇ ਹਾਂ, ਇਨਸਾਨੀਅਤ ਤੋਂ ਦੂਰ ਚਲੇ ਜਾਂਦੇ ਹਾਂ। ਜਿਸ ਅੰਦਰ ਚੁਗਲੀ, ਚੁਗਲੋ ਵੱਜੈ, ਕੀਤਾ ਕਰਤਿਆ, ਉਸ ਦਾ ਸਭ ਗਿਆ। ਹੁਣ ਜਿਸ ਦੇ ਅੰਦਰ ਚੁਗਲੀ ਹੈ, ਜਿਸ ਮਨੁੱਖ ਦੇ ਅੰਦਰ ਚੁਗਲੀ ਦੀ ਆਦਤ ਹੁੰਦੀ ਹੈ, ਜੋ ਚੁਗਲੀਆਂ ਕਰਦਾ ਹੈ, ਚੁਗਲੋ ਵੱਜੈ, ਵੱਜੈ ਦਾ ਮਤਲਬ ਮਸ਼ਹੂਰ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਚੁਗਲੋ ਦਾ ਮਤਲਬ ਲੋਕ ਉਹਨੂੰ ਚੁਗਲਖੋਰ ਕਹਿਣ ਲੱਗ ਜਾਂਦੇ ਨੇ, ਜਿਸ ਨੂੰ ਅਸੀਂ ਕਹਿੰਦੇ ਨਾ ਚੁਗਲਖੋਰ। ਉਹਦੇ ਵਾਸਤੇ ਗੁਰੂ ਜੀ ਸ਼ਬਦ ਵਰਤ ਰਹੇ ਨੇ, ਚੁਗਲੋ। ਜਿਸ ਮਨੁੱਖ ਦੇ ਹਿਰਦੇ ਵਿੱਚ ਚੁਗਲੀ ਹੁੰਦੀ ਹੈ, ਉਹ ਚੁਗਲਖੋਰ ਦੇ ਨਾਮ ਨਾਲ ਮਸ਼ਹੂਰ ਹੋ ਜਾਂਦਾ ਹੈ। ਲੋਕ ਕਹਿੰਦੇ ਨੇ ਫਲਾਂ ਬੰਦਾ ਚੁਗਲਖੋਰ ਹੈ। ਕੀਤਾ ਕਰਤਿਆ, ਉਸ ਦਾ ਸਭ ਗਿਆ।
ਉਹਦਾ ਕੀਤਾ ਕਰਾਇਆ ਸਭ ਬੇਕਾਰ ਹੋ ਜਾਂਦਾ ਹੈ, ਕਿਉਂਕਿ ਇੱਕ ਤੇ ਨਾਮ ਚੁਗਲਖੋਰ ਪੈ ਗਿਆ, ਵਿਸ਼ਵਾਸ ਵੀ ਜਾਂਦਾ ਰਿਹਾ, ਆਪਣੇ ਮਨ ਦੀ ਸ਼ਾਂਤੀ ਵੀ ਗਵਾ ਲਈ, ਔਰ ਜਿਹੜਾ ਕੋਈ ਛੋਟਾ ਮੋਟਾ ਆਪਣਾ ਜੀਵਨ ਦੇ ਅੰਦਰ ਸੁੱਖ ਵਾਸਤੇ ਕੰਮ ਕੀਤਾ ਹੁੰਦਾ ਉਹ ਵੀ ਜਾਂਦਾ ਰਹਿੰਦਾ। ਕੀਤਾ ਕਰਾਇਆ ਸਾਰਾ ਬੇਕਾਰ ਹੋ ਗਿਆ ਨਾ। ਮੰਨ ਲਓ ਉਹ ਕਿਸੇ ਦਾ ਭਲਾ ਵੀ ਕਰਦਾ ਹੈ, ਗੁਰੂ ਜੀ ਕਹਿੰਦੇ ਨੇ ਆਪਣਾ ਬਿਗਾਰ ਬਿਰਾਨਾ ਸੰਡ ਹੈ, ਕਰੇ ਨਿੰਦ ਬਹੁ ਜੋਨੀ ਹੰਡ ਹੈ। ਕਿ ਜਿਹੜਾ ਆਪਣਾ ਕੰਮ ਵਿਗਾੜ ਕੇ ਵੀ ਕਿਸੇ ਦੂਜੇ ਦਾ ਕੰਮ ਸਵਾਰ ਦਿੰਦਾ ਹੈ, ਪਰ ਜੇ ਉਹ ਲੋਕਾਂ ਦੀ ਬਦਖੋਈ ਕਰਦਾ ਹੈ, ਜੇ ਉਹ ਲੋਕਾਂ ਦੀਆਂ ਝੂਠੀਆਂ ਚੁਗਲੀਆਂ ਕਰਕੇ ਅੱਗ ਲਾਉਂਦਾ ਫਿਰਦਾ ਹੈ, ਤਾਂ ਉਹ ਪਸ਼ੂ ਬਿਰਤੀਆਂ ਦੇ ਵਿੱਚ ਪਿਆ ਰਹਿੰਦਾ ਹੈ। ਉਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਨਹੀਂ ਹੁੰਦੀ, ਆਪਣਾ ਕੀਤਾ ਕਰਾਇਆ ਸਾਰਾ ਗਵਾ ਲੈਂਦਾ ਹੈ। ਜੋ ਉਹਨੇ ਭਲਾ ਵੀ ਕੀਤਾ ਹੁੰਦਾ ਉਹ ਵੀ ਕਿਸੇ ਖੂਹ ਖਾਤੇ ਵਿੱਚ ਹੀ ਪੈ ਜਾਂਦਾ। ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਪਿਆ। ਨਿਤ ਹੁੰਦੀ, ਅਣਹੋਂਦੀ ਦਾ ਮਤਲਬ ਝੂਠੀ, ਜਿਹੜੀ ਚੀਜ਼ ਹੈ ਹੀ ਨਹੀਂ। ਇੱਕ ਤੇ ਹੁੰਦਾ ਹੈ ਨਾ ਸੱਚ ਬੋਲਣਾ, ਕਿ ਕਿਸੇ ਬੰਦੇ ਨੇ ਚੋਰੀ ਕੀਤੀ ਹੈ ਤੇ ਬੰਦਾ ਦੱਸਦਾ ਹੈ ਕਿ ਤੁਹਾਡੀ ਚੋਰੀ ਇਸ ਬੰਦੇ ਨੇ ਕੀਤੀ ਹੈ, ਚੁਗਲੀ ਨਹੀਂ ਹੈ, ਇੱਕ ਸਚਾਈ ਹੈ। ਪਰ ਇੱਥੇ ਅਣਹੋਂਦੀ ਚੁਗਲੀ ਦੀ ਗੱਲ ਕਰ ਰਿਹਾ, ਜਿਹੜੀ ਚੀਜ਼ ਹੈ ਹੀ ਨਹੀਂ ਤੇ ਉਹ ਕਹੀ ਜਾਣਾ ਕਿ ਇਹ ਬੰਦਾ ਚੋਰ ਹੈ, ਇਹ ਤੇਰੀ ਸੱਸ ਨੇ ਤੇ ਤੇਰੇ ਵਾਸਤੇ ਬੜਾ ਗਲਤ ਬੋਲ ਰਹੇ ਸੀ ਕਿ ਸਾਡੀ ਨੂੰਹ ਨੂੰ ਰੋਟੀ ਪਾਣੀ ਬਣਾਉਣੀ ਨਹੀਂ ਹੁੰਦੀ, ਹਾਲਾਂਕਿ ਉਹਨੇ ਕਿਹਾ ਨਹੀਂ। ਨੂੰਹ ਨੂੰ ਸੱਸ ਨੂੰ ਜਾ ਕੇ ਕਹਿ ਦਿੱਤਾ ਵੀ ਤੁਹਾਡੀ ਤੇ ਨੂੰਹ ਕਹਿੰਦੀ ਸੀ ਮੇਰੀ ਸੱਸ ਬੜੀ ਚੰਦਰੀ ਹੈ, ਇਹ ਤੇ ਖੰਡ ਨੂੰ ਵੀ ਜੰਦਰੇ ਮਾਰ ਕੇ ਰੱਖਦੀ ਹੈ, ਹਾਲਾਂਕਿ ਉਹਨੇ ਕਿਹਾ ਨਹੀਂ। ਅਣਹੋਂਦੀ ਚੁਗਲੀ, ਅਣਹੋਂਦੀਆਂ ਅਫਵਾਹਾਂ ਫੈਲਾਣੀਆਂ, ਜਿਹੜੀਆਂ ਹੈ ਨਹੀਂ ਲੇਕਿਨ ਫੈਲਾਈਆਂ ਜਾ ਰਹੀਆਂ ਨੇ। ਸੋਸ਼ਲ ਮੀਡੀਆ ਤੇ ਕਿੰਨੀਆਂ ਅਫਵਾਹਾਂ ਨੇ, ਕਈ ਵਾਰ ਇੰਨੀਆਂ ਅਫਵਾਹਾਂ ਖਾਮਖਾਈ ਫੈਲਾ ਦਿੱਤੀਆਂ ਜਾਂਦੀਆਂ ਨੇ, ਔਰ ਛੋਟੀ ਜੀ ਅਫਵਾਹ ਫੈਲਾਈ ਹੋਈ ਕਿੱਡੇ ਵੱਡੇ ਵੱਡੇ ਝਗੜੇ ਕਰਾ ਸਕਦੀ ਹੈ, ਕਤਲ ਕਰਾ ਸਕਦੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਜਿਸ ਬੰਦੇ ਦੇ ਅੰਦਰ ਚੁਗਲੀ ਹੈ, ਚੁਗਲੀਆਂ ਕਰਨ ਦੀ ਭਾਵਨਾ ਹੈ, ਚੁਗਲੀ ਕਰਨ ਦੀ ਵਾਤੀ ਹੈ, ਉਹਦਾ ਨਾਂ ਚੁਗਲਖੋਰ ਪੈ ਜਾਂਦਾ ਹੈ। ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਪਰਾਈਆਂ ਅਣਹੋਂਦੀਆਂ ਝੂਠੀਆਂ ਚੁਗਲੀਆਂ ਕਰਦਾ ਹੈ, ਤੇ ਉਹਦਾ ਹਾਲ ਕੀ ਹੁੰਦਾ ਹੈ? ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਪਿਆ, ਉਹਦਾ ਮੂੰਹ ਕਾਲਾ ਹੋ ਜਾਂਦਾ ਹੈ, ਮੁਕਾਲਕ ਖੱਟਦਾ ਹੈ, ਉਹਦੀ ਇਨਸਲਟ ਹੁੰਦੀ ਹੈ, ਉਹਨੂੰ ਨਮੋਸ਼ੀ ਦਾ ਮੂੰਹ ਵੇਖਣਾ ਪੈਂਦਾ ਹੈ, ਤੇ ਕਿਤੇ ਮੂੰਹ ਕੱਢਣ ਜੋਗਾ ਨਹੀਂ ਰਹਿੰਦਾ। ਮੂੰਹ ਕੱਢਣ ਜੋਗਾ ਮਤਲਬ ਕਿ ਉਹਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਮੰਨ ਲਓ ਮੈਂ ਤੁਹਾਡੇ ਖਿਲਾਫ ਕੋਈ ਝੂਠੀ ਗੱਲ ਕਹੀ ਹੈ, ਤੇ ਜੇ 4 ਬੰਦੇ ਇਕੱਠੇ ਕਰਕੇ ਮੈਨੂੰ ਸੱਦ ਲਿਆ ਜਾਏ, ਪਿਆਓ ਭਾਈ ਸਾਹਿਬ ਤੁਸੀਂ ਇਹ ਗੱਲ ਕਹੀ ਸੀ, ਤਾਂ ਫਿਰ ਉੱਥੇ ਮੈਂ ਕੀ ਕਵਾਂਗਾ? ਸ਼ਰਮਸਾਰ ਹੀ ਹੋਵਾਂਗਾ ਨਾ। ਇਸੇ ਨੂੰ ਕਹਿੰਦੇ ਨੇ ਮੂੰਹ ਕਾਲਾ ਹੋਣਾ, ਇਸੇ ਨੂੰ ਕਹਿੰਦੇ ਨੇ ਮੂੰਹ ਕੱਢਣ ਜੋਗਾ ਨਾ ਰਹਿਣਾ। ਤਾਂ ਜਿਹੜਾ ਬੰਦਾ ਨਿਤ ਹੀ ਚੁਗਲੀਆਂ ਕਰਦਾ ਹੈ ਝੂਠੀਆਂ, ਉਹ ਕਿਤੇ ਮੂੰਹ ਕੱਢਣ ਜੋਗਾ ਨਹੀਂ ਰਹਿੰਦਾ, ਉਹਨੂੰ ਸ਼ਰਮਸਾਰ ਹੋਣਾ ਪੈਂਦਾ ਹੈ, ਉਹਦਾ ਮੂੰਹ ਕਾਲਾ ਹੁੰਦਾ ਹੈ, ਉਹਦੀ ਇਨਸਲਟ ਹੁੰਦੀ ਹੈ। ਇਸ ਲਈ ਜੇ ਇੱਜ਼ਤ ਮਾਨ ਸਤਕਾਰ ਚਾਹੁੰਦੇ ਹੋ ਤਾਂ ਇਹ ਚੁਗਲੀਆਂ ਕਰਨੀਆਂ, ਨਿੰਦਿਆ ਕਰਨੀ ਔਰ ਈਰਖਾ ਕਰਨੀ ਛੱਡੋ, ਤਾਂ ਜੀਵਨ ਦੇ ਅੰਦਰ ਸੁਖ ਸ਼ਾਂਤੀ ਆਏਗੀ। ਕਰਮ ਧਰਤੀ ਸ਼ਰੀਰ ਕਲਯੁਗ ਵਿੱਚ, ਜੇਹਾ ਕੋ ਬੀਜੇ ਤੇਹਾ ਕੋ ਖਾਏ। ਇਹ ਸ਼ਰੀਰ ਕਰਮਾਂ ਦੀ ਧਰਤੀ ਹੈ, ਕਰਮ ਧਰਤੀ। ਇਹ ਜੋ ਸ਼ਰੀਰ ਨਾ ਕਰਮਾਂ ਦੀ ਧਰਤੀ ਹੈ, ਔਰ ਇਹ ਸ਼ਰੀਰ ਕਲਯੁਗ ਦਾ ਮਤਲਬ ਹੈ ਜੋ ਸਾਡਾ ਜੀਵਨ ਹੈ। ਇਸ ਜੀਵਨ ਦੇ ਅੰਦਰ ਧਰਤੀ ਵਿੱਚ ਜੋ ਬੀਜੋਗੇ ਉਹ ਹੀ ਖਾਏਗਾ ਉਹ ਬੰਦਾ। ਇਹ ਮਨੁੱਖਾ ਜਨਮ ਵਿੱਚ ਸ਼ਰੀਰ ਕਰਮ ਭੂਮੀ ਹੈ, ਇਸ ਦੇ ਅੰਦਰ ਜੈਸਾ ਬੀਜ ਕੋਈ ਮਨੁੱਖ ਬੀਜਦਾ ਹੈ ਉਹ ਜਿਹਾ ਫਲ ਖਾ ਲੈਂਦਾ। ਧਰਤੀ ਦਾ ਇੱਕ ਸੁਭਾਅ ਹੈ, ਧਰਤੀ ਨੇ ਇਹ ਨਹੀਂ ਕਹਿਣਾ ਵੀ ਤੁਸੀਂ ਮੇਰੇ ਵਿੱਚ ਬੀਜ ਨਾ ਬੀਜੋ। ਤੁਸੀਂ ਉੱਥੇ ਖਰਬੂਜੇ ਲਗਾ ਦਿਓ, ਉਹਨੇ ਖਰਬੂਜੇ ਉਗਾ ਦੇਣੇ ਨੇ। ਟਮਾਟਰ ਲਗਾ ਦਿਓ, ਟਮਾਟਰ। ਜੇ ਉੱਥੇ ਕੌੜ ਤੁੰਮੇ ਬੀਜ ਦਿਓਗੇ ਨੇ ਕੌੜ ਤੁੰਮੇ, ਜੇ ਨਿੰਮ ਬੀਜ ਦਿਓਗੇ ਨਿੰਮ, ਅੰਬ ਲਗਾਓਗੇ ਅੰਬ। ਧਰਤੀ ਦੇ ਅੰਦਰ ਜਿਹੜੀ ਚੀਜ਼ ਬੀਜੋਗੇ ਉਹਨੇ ਉਗਾ ਦੇਣੀ ਹੈ, ਕਿਉਂਕਿ ਉਹਦੇ ਅੰਦਰ ਪਾਵਰ ਹੈ, ਉਪਜਾਊ ਸ਼ਕਤੀ ਹੈ। ਧਰਤੀ ਮਨਾ ਨਹੀਂ ਕਰਦੀ ਕਿ ਮੈਂ ਇਹ ਫਲ ਪੈਦਾ ਨਹੀਂ ਕਰਨਾ। ਇਸੇ ਤਰ੍ਹਾਂ ਸਾਡਾ ਇਹ ਸਰੀਰ ਹੈ, ਮਾਨੋ ਇੱਕ ਕਰਮ ਭੂਮੀ ਹੈ। ਇਹਨੇ ਇਹ ਨਹੀਂ ਕਹਿਣਾ ਕਿ ਮੈਂ ਇਹ ਕੰਮ ਕਰਨਾ ਕਿ ਨਹੀਂ ਕਰਨਾ। ਸਾਡੇ ਸਬਕੌਂਸ਼ੀਅਸ ਮਾਈਂਡ ਨੇ ਇਹ ਨਹੀਂ ਕਹਿਣਾ। ਜੈਸਾ ਤੁਸੀਂ ਬੀਜ ਬੀਜੋਗੇ ਨੇ ਵੈਸਾ ਹੀ ਫਲ ਪੈਦਾ ਕਰ ਦੇਣਾ ਨੇ, ਉਹ ਕੰਮ ਕਰ ਦੇਣਾ। ਤੇ ਜੈਸਾ ਕਰਮ ਕਰੋਗੇ ਫਿਰ ਫਲ ਤੇ ਉਹਦਾ ਹੀ ਮਿਲੇਗਾ ਨਾ, ਉਹਦਾ ਫਲ ਮਿਲੇਗਾ।
ਤਾਂ ਗੁਰੂ ਜੀ ਕਹਿੰਦੇ ਨੇ ਕਲਯੁਗ ਦਾ ਮਤਲਬ ਇਹ ਜੋ ਸਮਾਂ ਚੱਲ ਰਿਹਾ ਹੈ, ਜੀਵਨ ਮਨੁੱਖਾ ਜਨਮ ਦੇ ਅੰਦਰ ਸਰੀਰ ਮਾਨੋ ਇੱਕ ਕਰਮ ਧਰਤੀ ਹੈ। ਇਸ ਜੀਵਨ ਦੇ ਅੰਦਰ ਜੈਸੇ ਕਰਮਾਂ ਦੇ ਬੀਜ ਬੀਜੋਗੇ ਉਹ ਹੀ ਖਾਓਗੇ, ਹੋਰ ਨਹੀਂ। ਤਾਂ ਸਾਨੂੰ ਇਥੋਂ ਇਹ ਚੀਜ਼ ਸਮਝ ਆ ਜਾਣੀ ਚਾਹੀਦੀ ਹੈ ਕਿ ਪਿੱਛੋਂ ਲਿਖੀ ਹੋਈ ਸਾਡੀ ਕਿਸਮਤ ਨਹੀਂ ਆ ਰਹੀ। ਐਸੇ ਜ਼ਿੰਦਗੀ ਦੇ ਅੰਦਰ ਜਿਹੋ ਜਿਹੇ ਕਰਮ ਅਸੀਂ ਕਰਾਂਗੇ ਉਹੋ ਜਿਹਾ ਸਾਨੂੰ ਫਲ ਸੁੱਖ ਜਾਂ ਦੁੱਖ ਦੇ ਰੂਪ ਵਿੱਚ ਮਿਲੇਗਾ। ਜੋ ਸਾਨੂੰ ਹੁਣ ਅੱਜ ਮਿਲ ਰਿਹਾ ਨਾ, ਚਾਹੇ ਅਸੀਂ ਸੁਖੀ ਹਾਂ, ਦੁਖੀ ਹਾਂ, ਖੁਸ਼ ਹਾਂ ਜਾਂ ਚਿੰਤਾ ਵਿੱਚ ਹਾਂ, ਤਾਂ ਇਸੇ ਜ਼ਿੰਦਗੀ ਦਾ ਸਾਡਾ ਜੋ ਬਿਹੇਵੀਅਰ ਹੈ, ਜੋ ਜੀਵਨ ਦੇ ਵਿੱਚ ਕਰਮ ਕੀਤੇ ਨੇ, ਉਹਨਾਂ ਦਾ ਹੀ ਨਤੀਜਾ ਹੈ ਸੁੱਖ ਦੁੱਖ। ਜੇ ਸਾਡੀ ਮਿੱਤਰਤਾ ਹੈ ਤਾਂ ਸਾਡੇ ਬਿਹੇਵੀਅਰ ਦਾ ਨਤੀਜਾ ਹੈ, ਤੇ ਜੇ ਕਿਸੇ ਨਾਲ ਦੁਸ਼ਮਣੀ ਹੈ ਤਾਂ ਉਹ ਸਾਡੇ ਬਿਹੇਵੀਅਰ ਦਾ ਨਤੀਜਾ ਹੈ। ਆਪਣੇ ਕਰਮ ਦਾ ਫਲ ਆਪ ਭੁਗਤਣਾ ਪਵੇਗਾ। ਗੱਲਾਂ ਉੱਪਰ ਤਪਾਵਸ ਨਾ ਹੋਈ, ਇਹਨੂੰ ਗਲਾ ਨਹੀਂ ਪੜਨਾ। ਜੇ ਗਲਾ ਪੜਾਂਗੇ ਤੇ ਸਾਡਾ ਗਰਦਨ ਹੋ ਜਾਏਗੀ ਗਲਾ ਜਾਂ ਮੋਰਾ। ਇਹਨੂੰ ਪੜਨਾ ਹੈ ਗੱਲਾਂ, ਗੱਗੇ ਤੇ ਅੱਧਕ ਔਰ ਲੱਲੇ ਦੇ ਨਾਲ ਬਿੰਦੀ ਲਗਾ ਕੇ। ਸ਼ਬਦ ਹੈ ਗੱਲ। ਜਦੋਂ ਕਿਸੇ ਸ਼ਬਦ ਨੂੰ ਕੰਨਾਂ ਲਗਾ ਕੇ ਬਹੁਵਚਨੀ ਬਣਾਇਆ ਜਾਂਦਾ ਨਾ, ਉਦੋਂ ਉਹਦਾ ਉਚਾਰਨ ਨਾਸਕੀ ਹੋਏਗਾ। ਗੱਲਾਂ ਉੱਪਰ ਤਪਾਵਸ ਨਾ ਹੋਈ, ਵਿਸ਼ ਖਾਦੀ ਤਤਕਾਲ ਮਰ ਜਾਏ। ਤਪਾਵਸ ਦਾ ਮਤਲਬ ਹੈ ਨਿਆਂ, ਨਵੇੜਾ, ਤੇ ਵਿਸ਼ ਦਾ ਮਤਲਬ ਹੈ ਜ਼ਹਿਰ। ਜੋ ਕੀਤੇ ਸਾਡੇ ਕਰਮ ਨੇ, ਇਹਨਾਂ ਦਾ ਨਵੇੜਾ ਗੱਲਾਂ ਨਾਲ ਨਹੀਂ ਹੋਣਾ। ਜੇ ਕੋਈ ਜ਼ਹਿਰ ਖਾਏਗਾ ਤੇ ਬੰਦਾ ਮਰ ਜਾਏਗਾ। ਹੁਣ ਇਹ ਗੱਲ ਸਮਝਣ ਵਾਲੀ ਹੈ। ਜੇ ਕੋਈ ਖਾਏ ਤੇ ਜ਼ਹਿਰ ਤੇ ਗੱਲਾਂ ਅੰਮ੍ਰਿਤ ਦੀਆਂ ਕਰੇ, ਗੱਲਾਂ ਕਰੇ ਅੰਮ੍ਰਿਤ ਦੀਆਂ, ਕਿ ਅੰਮ੍ਰਿਤ ਪੀਣ ਦੇ ਨਾਲ ਬੰਦਾ ਸਦਾ ਜਿੰਦਾ ਰਹਿੰਦਾ ਹੈ, ਅੰਮ੍ਰਿਤ ਪੀਣ ਦੇ ਨਾਲ ਮੌਤ ਨਹੀਂ ਆਉਂਦੀ। ਗੱਲਾਂ ਅੰਮ੍ਰਿਤ ਦੀਆਂ ਕਰੇ ਔਰ ਪੀ ਲਵੇ ਜ਼ਹਿਰ, ਤਾਂ ਕਿ ਅੰਮ੍ਰਿਤ ਦੀਆਂ ਗੱਲਾਂ ਕਰਕੇ ਜ਼ਹਿਰ ਦਾ ਅਸਰ ਨਹੀਂ ਹੋਏਗਾ। ਗੱਲਾਂ ਜਿੱਦੀਆਂ ਮਰਜ਼ੀ ਕਰੀ ਜਾਓ, ਪੀ ਤੇ ਜ਼ਹਿਰ ਰਹੇ ਹੋ, ਤੇ ਜ਼ਹਿਰ ਖਾਣ ਦੇ ਨਾਲ ਮਰ ਜਾਏਗਾ, ਬੇਸ਼ੱਕ ਗੱਲਾਂ ਕੋਈ ਅੰਮ੍ਰਿਤ ਦੀਆਂ ਕਰੀ ਜਾਏ। ਇਸੇ ਤਰ੍ਹਾਂ ਜੇ ਅਸੀਂ ਕਮਾ ਰਹੇ ਹਾਂ ਈਰਖਾ, ਦਵੇਸ਼, ਵੈਰ, ਵਿਰੋਧ, ਜ਼ਿੰਦਗੀ ਤੇ ਐਸੀ ਜੀ ਰਹੇ ਹਾਂ, ਚੁਗਲੀਆਂ ਕਰਦੇ ਹਾਂ, ਈਰਖਾ ਕਰਦੇ ਹਾਂ, 2 ਨੰਬਰ ਦੇ ਧੰਦੇ ਕਰਦੇ ਹਾਂ, ਵਿਭਚਾਰ ਕਮਾਉਂਦੇ ਹਾਂ, ਤੇ ਗੱਲਾਂ ਕਰਦੇ ਹਾਂ ਰੱਬ ਦੀਆਂ, ਗੱਲਾਂ ਕਰਦੇ ਹਾਂ ਰੱਬ ਦੀਆਂ, ਤੇ ਗੱਲਾਂ ਕਰਨ ਦੇ ਨਾਲ ਅਸੀਂ ਰੱਬ ਨਾਲ ਥੋੜੀ ਮਿਲ ਜਾਵਾਂਗੇ। ਕਿਸੇ ਚੀਜ਼ ਦਾ ਜੇਕਰ ਲੈਵਲ ਬਦਲ ਦਿੱਤਾ ਜਾਏ ਤਾਂ ਲੈਵਲ ਬਦਲਣ ਦੇ ਨਾਲ ਕਦੇ ਅੰਦਰਲੀ ਚੀਜ਼ ਨਹੀਂ ਬਦਲਦੀ। ਜੇ ਜ਼ਹਿਰ ਦੀ ਬੋਤਲ ਦੇ ਉੱਤੇ ਅੰਮ੍ਰਿਤ ਦਾ ਲੈਵਲ ਲਗਾ ਦਿੱਤਾ ਜਾਏ ਤਾਂ ਲੈਵਲ ਲਗਾਉਣ ਦੇ ਨਾਲ ਜ਼ਹਿਰ ਅੰਮ੍ਰਿਤ ਨਹੀਂ ਬਣ ਜਾਂਦੀ। ਇਸੇ ਤਰ੍ਹਾਂ ਧਰਮ ਦੀਆਂ ਕੇਵਲ ਗੱਲਾਂ ਕਰਨ ਦੇ ਨਾਲ ਕੋਈ ਧਰਮੀ ਨਹੀਂ ਬਣ ਜਾਂਦਾ, ਜੇ ਉਹਦੇ ਕਰਮ ਧਰਮੀ ਨਹੀਂ ਤਾਂ। ਜੇ ਉਸਦੀ ਸੋਚ ਸੱਚੀ ਨਹੀਂ, ਬਿਹੇਵੀਅਰ ਚੰਗਾ ਨਹੀਂ, ਬੋਲ ਬਾਣੀ ਚੰਗੀ ਨਹੀਂ, ਤਾਂ ਧਰਮ ਦੀਆਂ ਗੱਲਾਂ ਕਰਨ ਨਾਲ, ਧਰਮ ਦੇ ਬਾਣੇ ਪਾਣ ਦੇ ਨਾਲ ਕੋਈ ਧਰਮੀ ਨਹੀਂ ਹੋ ਜਾਂਦਾ। ਰੱਬ ਦੀਆਂ ਗੱਲਾਂ ਕਰਨ ਨਾਲ ਰੱਬ ਦਾ ਕੋਈ ਭਗਤ ਨਹੀਂ ਹੋ ਜਾਂਦਾ। ਤਾਂ ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਕੀਤੇ ਹੋਏ ਕਰਮਾਂ ਦਾ ਨਿਬੇੜਾ ਗੱਲਾਂ ਦੇ ਨਾਲ ਨਹੀਂ ਹੁੰਦਾ, ਕਰਮਾਂ ਦਾ ਫਲ ਭੁਗਤਣਾ ਪੈਣਾ ਹੈ। ਮਾੜੇ ਕਰਮ ਕਰਕੇ ਚੰਗੀਆਂ ਗੱਲਾਂ ਕਰਨ ਨਾਲ ਉਹਦਾ ਨਤੀਜਾ ਬਦਲ ਨਹੀਂ ਜਾਂਦਾ। ਭਾਈ ਇੱਥੇ ਥੋੜਾ ਜਿਹਾ ਵੇਖਣਾ ਹੈ, ਰੁਕਣਾ ਹੈ। ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤਿਹਾ ਕੋਈ ਪਾਏ। हे ਭਾਈ ਸੱਚੇ ਪ੍ਰਭੂ ਦਾ ਨਿਆਂ ਵੇਖੋ। ਜਿਹੋ ਜਿਹਾ ਕੋਈ ਕੰਮ ਕਰਦਾ ਉਹੋ ਜਿਹਾ ਉਹ ਫਲ ਪਾ ਲੈਂਦਾ। ਇਹ ਕਰਤੇ ਦਾ ਨਿਆਂ ਹੈ, ਇਹ ਹੁਕਮ ਹੈ, ਇਹ ਰਜ਼ਾ ਹੈ, ਪਾਣਾ ਹੈ, ਸਿਸਟਮ ਹੈ। ਜਿਹੋ ਜਿਹਾ ਕੋਈ ਕੰਮ ਕਰਦਾ ਉਹੋ ਜਿਹਾ ਉਹ ਕੰਮ ਫਲ ਪਾ ਲੈਂਦਾ। ਜਿਵੇਂ ਰੋਜ਼ ਮੈਂ ਬੇਨਤੀ ਕਰ ਰਿਹਾ, ਕਿਉਂਕਿ ਇਹ ਮਿਸਾਲਾਂ ਜਿਹੜੀਆਂ ਸਾਡੀ ਰੋਜ਼ਮर्रा ਦੀ ਜ਼ਿੰਦਗੀ ਵਿੱਚ ਆਉਂਦੀਆਂ ਨੇ, ਉਹਨਾਂ ਰਾਹੀਂ ਸਾਨੂੰ ਚੀਜ਼ ਸਮਝ ਆ ਜਾਂਦੀ ਹੈ। ਜੇ ਕੋਈ ਬੱਚਾ ਸਕੂਲ ਦਾ ਕੰਮ ਰੋਜ਼ ਕਰਦਾ ਹੈ, ਹੋਮਵਰਕ ਠੀਕ ਕਰਦਾ ਹੈ, ਤਾਂ ਉਹ ਮਿਹਨਤ ਕਰਦਾ ਹੈ ਤੇ ਪਾਸ ਹੋ ਜਾਂਦਾ ਹੈ। ਤੇ ਸਾਡੇ ਵਰਗੇ ਅੱਧੀ ਛੁੱਟੀ ਭੱਜ ਆਉਂਦੇ ਹੁੰਦੇ ਸੀ, ਗੋਲੀਆਂ ਬਾਂਟੇ ਖੇਡ ਕੇ ਘਰ ਤੇ ਫੇਲ ਹੋ ਜਾਣਗੇ ਨਾ। ਜੇ ਉਹ ਕਰੇਗਾ ਉਹ ਜਿਹਾ ਪਾਏਗਾ। ਇਹ ਨਿਆਂ ਹੈ ਪੱਕਾ। ਜੇ ਘਰ ਦੇ ਅੰਦਰ ਤੁਸੀਂ ਪਿਆਰ ਮੁਹੱਬਤ ਨਾਲ ਪਤੀ ਪਤਨੀ ਰਹੋਗੇ ਤਾਂ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਖੇੜੇ ਰਹਿਣਗੇ। ਤੇ ਜੇ ਆਪਸ ਦੇ ਵਿੱਚ ਲੜੋਗੇ ਤਾਂ ਕਲੇਸ਼ ਤੁਹਾਡੇ ਘਰ ਪੈਣਾ ਹੈ, ਸਾਰੀ ਜ਼ਿੰਦਗੀ ਬਰਬਾਦ ਹੋਏਗੀ। ਹੁਣ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ, ਮੈਂ ਕੀ ਚਾਹੁੰਦਾ ਹਾਂ। ਜੈਸਾ ਕੋਈ ਕਰੇਗਾ ਵੈਸਾ ਹੀ ਕੋਈ
ਪਾਏਗਾ। ਇਹ ਨਹੀਂ ਹੈ ਕਿ ਮਨ ਅੰਦਰ ਈਰਖਾ, ਦਵੇਸ਼, ਵੈਰ ਵਿਰੋਧ ਰੱਖ ਕੇ ਤੇ ਸਵੇਰੇ ਉੱਠ ਕੇ ਥੋੜਾ ਪਾਠ ਕਰ ਲਓ ਜਾਂ ਸਮਾਧੀ ਲਾ ਲਓ ਤੇ ਕੰਮ ਖਤਮ ਹੋ ਜਾਣਗੇ। ਨਾ ਭਾਈ, ਇੰਪਲੀਮੈਂਟ ਕਰਨਾ ਹੋਵੇਗਾ ਇਹਨਾਂ ਚੀਜ਼ਾਂ ਨੂੰ, ਬਾਣੀ ਤੇ ਅਮਲ ਕਰਨਾ ਹੋਵੇਗਾ। ਜੈਸੇ ਕਰਮ ਕਰੋਗੇ ਉਹਨਾਂ ਕਰਮਾਂ ਦਾ ਫਲ ਹਰ ਇਨਸਾਨ ਨੂੰ ਪਾਣਾ ਪਵੇਗਾ ਐਸੇ ਜ਼ਿੰਦਗੀ ਦੇ ਵਿੱਚ। ਜਨ ਨਾਨਕ ਕਉ ਸਭ ਸੋਝੀ ਪਾਈ, ਹਰ ਦਰ ਕੀਆਂ ਬਾਤਾਂ ਆਖ ਸੁਣਾਏ। ਇਹਨੂੰ ਕੀਆ ਨਹੀਂ ਪੜਨਾ, ਕੀਆ। ਜੇ ਕੀਆ ਪੜਾਂਗੇ ਤੇ ਇਹਦਾ ਮਤਲਬ ਹੋ ਜਾਏਗਾ ਕੀਤਾ ਹੋਇਆ। ਇਹ ਹੈ ਕੀਆਂ, ਕੀਆਂ ਦਾ ਮਤਲਬ ਦੀਆਂ, ਬਾਤਾਂ ਨਹੀਂ, ਬਾਤਾਂ। ਜਨ ਨਾਨਕ ਕਉ ਸਭ ਸੋਝੀ ਪਾਈ, ਹਰ ਦਰ ਕੀਆਂ ਬਾਤਾਂ ਆਖ ਸੁਣਾਏ। हे ਨਾਨਕ, ਜਿਸ ਦਾਸ ਨੂੰ ਪ੍ਰਭੂ ਨੇ ਇਹ ਸਮਝਣ ਦੀ ਸਾਰੀ ਬੁੱਧ ਬਖਸ਼ੀ ਹੈ, ਜਿਹਨੂੰ ਇਹ ਸਮਝ ਬਖਸ਼ੀ ਹੈ, ਉਹ ਰੱਬ ਦੇ ਦਰ ਦੀਆਂ ਗੱਲਾਂ ਆਖ ਕੇ ਸੁਣਾਉਂਦਾ ਹੈ। ਉਹ ਸੱਚ ਦੀਆਂ ਗੱਲਾਂ ਕਰਦਾ ਹੈ, ਰੱਬ ਦੇ ਗੁਣਾਂ ਦੀਆਂ ਗੱਲਾਂ ਕਰਦਾ ਹੈ। ਜਿਹਨੂੰ ਸੋਝੀ ਆ ਗਈ ਹੈ ਨਾ ਕਿ ਜੈਸਾ ਮੈਂ ਕਰਮ ਕਰਨਾ ਹੈ ਵੈਸਾ ਹੀ ਫਲ ਮਿਲਣਾ ਹੈ, ਤਾਂ ਉਹ ਰੱਬ ਦੇ ਦਰ ਦੀਆਂ ਗੱਲਾਂ ਕਰਕੇ ਸੁਣਾਏਗਾ। ਤੇ ਇਹ ਚੀਜ਼ ਬਹੁਤ ਸਮਝਣ ਵਾਲੀ ਹੈ। ਇਸ ਚੀਜ਼ ਨੂੰ ਬਹੁਤ ਗੌਰ ਦੇ ਨਾਲ ਸਮਝਣ ਦੀ ਲੋੜ ਹੈ ਔਰ ਇੰਪਲੀਮੈਂਟ ਕਰਨ ਦੀ ਲੋੜ ਹੈ। ਸਾਡੀ ਜੋ ਜ਼ਿੰਦਗੀ ਹੈ ਨਾ, ਉਹਦੇ ਵਿੱਚ ਸਾਡੀ ਵਰਡਿੰਗ ਦਾ ਬਹੁਤ ਵੱਡਾ ਰੋਲ ਹੈ। ਜੈਸੀ ਅਸੀਂ ਵਰਡਿੰਗ ਸੁਣਦੇ ਹਾਂ, ਜੈਸੀ ਅਸੀਂ ਵਰਡਿੰਗ ਬੋਲਦੇ ਹਾਂ, ਸਾਡੀ ਜ਼ਿੰਦਗੀ ਉਹਦੇ ਤੇ ਡਿਪੈਂਡ ਕਰਦੀ ਹੈ। ਜਦੋਂ ਬੱਚਾ ਜੰਮਦਾ ਹੈ ਨਾ, ਜੇ ਉਹ ਹਿੰਦੂ ਫੈਮਿਲੀ ਵਿੱਚ ਹੈ, ਹਿੰਦੀ ਬੋਲਣ ਵਾਲਿਆਂ ਦੇ ਵਿੱਚ, ਤੇ ਉਹ ਹਿੰਦੀ ਬੋਲਣੀ ਸਿੱਖ ਜਾਏਗਾ ਕਿਉਂਕਿ ਉਹਦੇ ਕੰਨਾਂ ਵਿੱਚ ਹਿੰਦੀ ਪਈ ਹੈ। ਜੇ ਉਹ ਸਿੱਖ ਪਰਿਵਾਰ ਵਿੱਚ ਜੰਮਿਆ ਹੈ ਤਾਂ ਉਹਦੀ ਬੋਲੀ ਪੰਜਾਬੀ ਹੋ ਜਾਏਗੀ ਕਿਉਂਕਿ ਪੰਜਾਬੀ ਕੰਨਾਂ 'ਚ ਪੈ ਰਹੀ ਹੈ। ਜੇ ਅੰਗਰੇਜ਼ ਦੇ ਘਰ ਵਿੱਚ ਆ ਤਾਂ ਅੰਗਰੇਜ਼ ਹੋ ਜਾਏਗਾ ਕਿਉਂਕਿ ਅੰਗਰੇਜ਼ੀ ਉਹਦੇ ਕੰਨਾਂ ਵਿੱਚ ਪੈ ਰਹੀ ਹੈ। ਵਰਡਿੰਗ ਉਹਦੀ ਵੈਸੀ ਹੀ ਹੋ ਜਾਏਗੀ। ਨੰਬਰ 2, ਜਿਹੜੀ ਖਾਸ ਗੱਲ, ਜੈਸੀ ਵਰਡਿੰਗ ਤੁਸੀਂ ਸੁਣੋਗੇ ਵੈਸੇ ਹੋ ਜਾਓਗੇ। ਜੈਸੀ ਵਰਡਿੰਗ ਆਪਣੇ ਵਾਸਤੇ ਬੋਲੋਗੇ ਵੈਸੇ ਹੋ ਜਾਓਗੇ। ਜੋ ਮੈਂ ਗੱਲਾਂ ਆਪ ਦੇ ਨਾਲ ਕਈ ਵਾਰ ਸਾਂਝੀਆਂ ਕਰ ਚੁੱਕਾ, ਇਨਫੀਰੀਓਰਿਟੀ ਕੰਪਲੈਕਸ, ਸੁਪਰੀਓਰਿਟੀ ਕੰਪਲੈਕਸ, ਨੈਗੇਟਿਵ ਬੋਲਣ ਵਾਲੇ ਜੋ ਲੋਕ ਨੇ ਔਰ ਸੁਣਨ ਵਾਲੇ ਲੋਕ ਨੇ, ਆਖਿਰ ਉਹਨਾਂ ਦੇ ਅੰਦਰ ਨਕਾਰਾਤਮਕਤਾ ਆ ਜਾਂਦੀ ਹੈ, ਹੀਨ ਭਾਵਨਾ ਆ ਜਾਂਦੀ ਹੈ, ਉਹ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਨੇ, ਉਹ ਕੁਝ ਵੀ ਨਹੀਂ ਕਰ ਪਾਉਂਦੇ। ਤੇ ਜਿਹੜੇ ਪੋਜ਼ਿਟਿਵ ਬੋਲਦੇ ਨੇ, ਆਪਣੇ ਆਪ ਵਾਸਤੇ ਪੋਜ਼ਿਟਿਵ ਸੁਣਦੇ ਨੇ, ਉਹ ਲੋਕ ਕਾਮਯਾਬ ਹੋ ਜਾਂਦੇ ਨੇ। ਇਸ ਲਈ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਨਾ, ਉਹ ਰੱਬ ਦੇ ਦਰ ਦੀਆਂ ਗੱਲਾਂ ਕਰਦੇ ਨੇ, ਰੱਬੀ ਗੁਣਾਂ ਦੀਆਂ ਗੱਲਾਂ ਕਰਦੇ ਨੇ, ਰੱਬ ਦੇ ਹੁਕਮ ਦੀਆਂ ਗੱਲਾਂ ਕਰਦੇ ਨੇ, ਪੋਜ਼ਿਟਿਵ ਬੋਲਦੇ ਨੇ, ਉਹ ਨੈਗੇਟਿਵ ਬੋਲਦੇ ਨਹੀਂ ਹੈ। ਬਾਬਾ ਫਰੀਦ ਜੀ ਨੇ ਬੜਾ ਪਿਆਰਾ ਬਚਨ ਕਿਹਾ, ਕਹਿਣ ਲੱਗੇ, ਕੰਨੀ ਬੁੱਝੇ ਦੇ ਰਹਾ ਕਿੱਤੀ ਵੱਗੇ ਪੌਣ, ਈਰਖਾ ਦੀ, ਨਿੰਦਾ ਦੀ, ਚੁਗਲੀ ਦੀ, ਨੈਗੇਟਿਵਿਟੀ ਦੀ, ਭਾਵੇਂ ਹਨੇਰੀਆਂ ਝੁੱਲਦੀਆਂ ਹੋਣ, ਮੈਂ ਕੰਨਾਂ ਵਿੱਚ ਬੁੱਝੇ ਦੇ ਲਵਾਂ, ਮੈਂ ਨੈਗੇਟਿਵ ਬੋਲ ਸੁਣਾ ਹੀ ਨਾ। ਕਦੇ ਆਪਣੇ ਬੱਚਿਆਂ ਦੇ ਨਾਲ ਨੈਗੇਟਿਵ ਬੋਲ ਨਾ ਬੋਲੋ ਕਿ ਬੇਟਾ ਤੇਰੇ ਤੋਂ ਇਹ ਕੰਮ ਨਹੀਂ ਹੋਣਾ, ਤੇਰੇ ਤੋਂ ਇਹ ਕੰਮ ਨਹੀਂ ਹੋਣਾ। ਜੇ ਉਹਨੇ ਤੁਹਾਡੇ ਤੇ ਵਿਸ਼ਵਾਸ ਕਰਨਾ ਹੈ, ਕਿਉਂਕਿ ਬੱਚੇ ਸਮਝਦੇ ਨੇ ਸਾਡੇ ਮਾਂ-ਪਿਓ ਬਹੁਤ ਸਿਆਣੇ ਨੇ, ਜੋ ਕਹਿ ਰਹੇ ਨੇ ਮੇਰੇ ਪਿਓ ਨੂੰ ਹਰ ਕਿਸਮ ਦਾ ਗਿਆਨ ਹੈ। ਛੋਟੇ ਬੱਚੇ ਦੇ ਮਨ ਵਿੱਚ ਭਾਵਨਾ ਹੁੰਦੀ ਹੈ, ਜੋ ਮੇਰਾ ਪਿਓ ਮਾਂ ਕਹਿ ਰਿਹਾ ਸੱਚ ਕਹਿ ਰਿਹਾ ਹੈ, ਔਰ ਜੋ ਉਹਦੇ ਦਿਮਾਗ ਵਿੱਚ ਜਾਣਾ ਹੈ, ਉਹਦੇ ਸਬਕੌਂਸ਼ੀਅਸ ਮਾਈਂਡ ਨੇ ਤੁਹਾਡੇ ਕਹੇ ਹੋਏ ਬੋਲਾਂ ਤੇ ਵਿਸ਼ਵਾਸ ਕਰ ਲੈਣਾ ਹੈ ਕਿ ਇਹ ਕੰਮ ਤੇਰੇ ਤੋਂ ਨਹੀਂ ਹੋਣਾ। ਜਦੋਂ ਵੀ ਉਹ ਕੰਮ ਕਰਨ ਲੱਗੇਗਾ, ਸਭ ਕੌਨਸ਼ੀਅਸ ਦੇ ਵਿੱਚੋਂ ਸਿਗਨਲ ਆਏਗਾ ਕਿ ਤੇਰੇ ਤੋਂ ਨਹੀਂ ਹੋਣਾ, ਉਹ ਕਦੇ ਵੀ ਨਹੀਂ ਹੋ ਪਾਏਗਾ। ਤੁਹਾਡਾ ਇੱਕ ਬੋਲਿਆ ਹੋਇਆ ਮਾੜਾ ਜਿਹਾ ਬੋਲ ਬੱਚੇ ਦੀ ਜ਼ਿੰਦਗੀ ਤਬਾਹ ਕਰਦਾ ਹੈ। ਜੇ ਤੁਸੀਂ ਕਿਸੇ ਨੂੰ ਸੁਜੈਸ਼ਨ ਦੇ ਦਿੱਤਾ ਕਿ ਤੂੰ ਇਹ ਕੰਮ ਨਹੀਂ ਕਰ ਸਕਦਾ, ਤਾਂ ਉਹ ਬੋਲ ਜ਼ਿੰਦਗੀ ਤਬਾਹ ਕਰ ਦੇਗਾ। ਸਾਡੇ ਲੋਕ ਬਾਣੀ ਨਾਲ ਕਿਉਂ ਨਹੀਂ ਜੁੜ ਪਾਏ? ਬਹੁਤੇ ਧਰਮ ਤੋਂ ਲੋਕ ਕਿਉਂ ਦੂਰ ਹੋ ਰਹੇ ਨੇ? ਰੀਜ਼ਨ ਕੀ ਹੈ? ਉਹ ਸਾਡੇ ਬੋਲਾਂ ਦੀ ਪ੍ਰੋਬਲਮ ਹੈ। ਸਾਡੇ ਬਹੁਤੇ ਵੀਰਾਂ ਨੇ, ਪ੍ਰਚਾਰਕਾਂ ਨੇ, ਬਾਬਿਆਂ ਨੇ ਖਾਸ ਕਰਕੇ ਇਹ ਬੋਲੇ ਨੇ ਕਿ ਤੁਸੀਂ ਬਾਣੀ ਨਹੀਂ ਪੜਨ ਜੋਗੇ। ਬਾਬਿਆਂ ਨੇ ਖਾਸ ਕਰਕੇ ਗੱਲਾਂ ਪ੍ਰਚਾਰੀਆਂ ਨੇ, ਤੁਹਾਡੇ ਤੋਂ ਬਾਣੀ ਨਹੀਂ ਪੜੀ ਜਾਣੀ, ਬਾਣੀ ਪੜਨੀ ਬਹੁਤ ਔਖੀ ਹੈ, ਬਾਣੀ ਸਮਝਣੀ ਬਹੁਤ ਔਖੀ ਹੈ, ਰਹਿਤ ਰੱਖਣੀ ਬਹੁਤ ਔਖੀ ਹੈ, ਧਰਮ ਦੇ ਰਾਹ ਤੇ ਤੁਰਨਾ ਬਹੁਤ ਔਖਾ ਹੈ। ਇਹ ਸਾਰਿਆਂ ਦੇ ਵੱਸ ਦੀ ਗੱਲ ਨਹੀਂ ਹੈ। ਹਜ਼ਾਰਾਂ ਲੱਖਾਂ ਵਾਰ ਬੋਲੇ ਹੋਏ ਬੋਲ ਤੇ ਅਸੀਂ ਉਹਨਾਂ ਬੋਲਾਂ ਤੇ ਵਿਸ਼ਵਾਸ ਕਰ ਲਿਆ, ਸਾਡੇ ਦਿਮਾਗ ਨੇ, ਅਸੀਂ ਬਾਣੀ ਪੜ੍ਹਨੀ ਛੱਡ ਦਿੱਤੀ, ਚੰਗੇ ਕੰਮ ਕਰਨੇ ਛੱਡ ਦਿੱਤੇ ਕਿਉਂਕਿ ਔਖੇ ਨੇ, ਹੋਣਾ ਹੀ ਨਹੀਂ।
ਇਸ ਲਈ ਗੁਰੂ ਜੀ ਕਹਿੰਦੇ ਨੇ ਜਦੋਂ ਕਿਸੇ ਨੂੰ ਸੂਝ ਮਿਲ ਜਾਂਦੀ ਹੈ ਉਹ ਨੈਗੇਟਿਵ ਬੋਲ ਨਹੀਂ ਬੋਲਦਾ, ਉਹ ਰੱਬ ਦੇ ਦਰ ਦੀਆਂ ਗੱਲਾਂ ਕਰਦਾ ਹੈ, ਹੁਕਮ ਦੀਆਂ, ਪੋਜ਼ਿਟਿਵ ਸਕਾਰਾਤਮਕ ਗੁਣਾਂ ਵਾਲੀਆਂ। ਇਸ ਲਈ ਜਦੋਂ ਬੋਲੋ ਗੁਣਾਂ ਵਾਲੇ ਬੋਲ ਬੋਲੋ, ਜਿੱਥੇ ਜਾਏ ਬਹੀਏ ਭਲਾ ਕਹੀਏ, ਪੋਜ਼ਿਟਿਵ ਬੋਲੋ, ਸਕਾਰਾਤਮਕ ਬੋਲੋ, ਨਕਾਰਾਤਮਕ ਨਾ ਬੋਲੋ, ਰੱਬ ਦੇ ਦਰ ਦੀਆਂ ਗੱਲਾਂ ਕਰੋ। ਮਹਿਲਾ ਚੌਥਾ, ਹੁੰਦੇ ਪ੍ਰਤੱਖ ਗੁਰੂ ਜੋ ਵਿਛੜੇ, ਤਿੰਨ ਕੋ ਦਰ ਢੋਹੀ ਨਾਹੀ। ਹੋਦਾ ਨਹੀਂ ਪੜਨਾ, ਹੁੰਦਾ। ਹੁੰਦੇ ਦਾ ਮਤਲਬ ਹੁੰਦਿਆਂ ਹੋਇਆਂ, ਹੁੰਦਿਆਂ ਸੁਣਦਿਆਂ। ਪ੍ਰਤੱਖ ਦਾ ਮਤਲਬ ਸਾਹਮਣੇ। ਹੁੰਦੇ ਪ੍ਰਤੱਖ ਗੁਰੂ ਜੋ ਵਿਛੜੇ, ਗੁਰੂ ਦੇ ਪ੍ਰਤੱਖ ਹੁੰਦਿਆਂ ਹੋਇਆਂ ਵੀ ਜਿਹੜੇ ਗੁਰੂ ਤੋਂ ਵਿਛੜੇ ਹੋਏ ਨੇ। ਤਿੰਨ ਕੋ ਦਰ ਢੋਹੀ ਨਾਹੀ, ਉਹਨਾਂ ਨੂੰ ਦਰਗਾਹ ਵਿੱਚ ਦਰ ਤੇ, ਗੁਰੂ ਦੇ ਦਰ ਤੇ, ਰੱਬੀ ਦਰ ਤੇ ਢੋਈ ਨਹੀਂ ਮਿਲਦੀ, ਟਿਕਾਣਾ ਨਹੀਂ ਮਿਲਦਾ। ਕਿੰਨਾਂ ਨੂੰ? ਜਿਹੜੇ ਪ੍ਰਤੱਖ ਸਾਹਮਣੇ ਗੁਰੂ ਦੇ ਹੁੰਦਿਆਂ ਵੀ ਗੁਰੂ ਤੋਂ ਵਿਛੜੇ ਹੋਏ ਨੇ, ਉਹਨਾਂ ਨੂੰ ਰੱਬੀ ਦਰ ਤੇ ਢੋਈ ਨਹੀਂ ਮਿਲਦੀ, ਉਹ ਰੱਬ ਦਾ ਸਰੂਪ ਨਹੀਂ ਹੋ ਪਾਉਂਦੇ, ਉਹ ਰੱਬ ਦੇ ਵਿੱਚ ਨਹੀਂ ਮਿਲ ਪਾਉਂਦੇ, ਰੱਬੀ ਗੁਣਾਂ ਦੇ ਵਿੱਚ ਉਹਨਾਂ ਨੂੰ ਟਿਕਾਣਾ ਨਹੀਂ ਮਿਲਦਾ। ਹੁਣ ਗੁਰੂ ਤੋਂ ਅਸੀਂ ਵਿਛੜੇ ਆ ਜਾਂ ਮਿਲੇ ਆ, ਇਹਦੇ ਵਾਸਤੇ ਅਸੀਂ ਸੈਲਫ ਐਨਾਲਿਸਿਸ ਕਰਨਾ ਹੈ ਕਿ ਮੈਂ ਗੁਰੂ ਦੇ ਨਾਲ ਮਿਲਿਆ ਹੋਇਆ ਕਿ ਵਿਛੜਿਆ ਹੋਇਆ। ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਆ ਅਸੀਂ ਤੇ ਕਵਾਂਗੇ ਅਸੀਂ ਰੋਜ਼ ਗੁਰੂ ਨੂੰ ਮਿਲਦੇ ਆ। ਹੁਣ ਮਿਲਣਾ ਔਰ ਵਿਛੜਨਾ ਕੀ ਹੈ, ਇਹ ਅਸੀਂ ਥੋੜਾ ਜਿਹਾ ਵਿਚਾਰ ਜ਼ਰੂਰ ਕਰਨੀ ਹੈ ਕਿ ਸਾਡੇ ਕਰਮ ਜਿਹੜੇ ਨੇ ਉਹ ਵਿਛੋੜੇ ਵਾਲੇ ਨੇ ਜਾਂ ਮਿਲਾਪ ਵਾਲੇ ਨੇ। ਜੇ ਤਾਂ ਸਾਡੇ ਬੋਲ ਗੁਰਬਾਣੀ ਅਨੁਸਾਰ ਨੇ ਬੋਲੀਏ ਸੱਚ ਧਰਮ, ਜੇ ਅਸੀਂ ਅੱਖਾਂ ਨਾਲ ਹਰ ਇੱਕ ਵਿੱਚ ਜੋਤ ਨੂੰ ਵੇਖ ਰਹੇ ਹਾਂ, ਕੰਨਾਂ ਨਾਲ ਜੇ ਅਸੀਂ ਸੱਚ ਸੁਣ ਰਹੇ ਹਾਂ, ਤਾਂ ਇਹਦਾ ਮਤਲਬ ਅਸੀਂ ਗੁਰੂ ਨਾਲੋਂ ਵਿਛੜੇ ਹੋਏ ਨਹੀਂ, ਅਸੀਂ ਗੁਰੂ ਦੇ ਬਚਨਾਂ ਤੇ ਅਮਲ ਕਰ ਰਹੇ ਹਾਂ ਔਰ ਗੁਰੂ ਦਰਸਾਏ ਮਾਰਗ ਅਨੁਸਾਰ ਜ਼ਿੰਦਗੀ ਜੀ ਰਹੇ ਹਾਂ। ਗੁਰੂ ਦਾ ਗਿਆਨ ਸਾਡੇ ਨਾਲ ਹੈ, ਗੁਰੂ ਦਾ ਉਪਦੇਸ਼ ਸਾਡੇ ਨਾਲ ਹੈ, ਅਸੀਂ ਵਿਛੜੇ ਨਹੀਂ। ਤੇ ਜੇ ਅਸੀਂ ਅੱਖਾਂ ਨਾਲ ਮਾੜੀ ਨਜ਼ਰ ਨਾਲ ਵੇਖਦੇ ਹਾਂ, ਜ਼ਬਾਨ ਨਾਲ ਕੌੜੇ ਬੋਲ ਬੋਲਦੇ ਹਾਂ, ਹੱਥਾਂ ਨਾਲ ਮਾੜੇ ਕਰਮ ਕਰਦੇ ਹਾਂ, ਤਾਂ ਅਸੀਂ ਵਿਛੜੇ ਹੋਏ ਹਾਂ। ਪ੍ਰਤੱਖ ਗੁਰੂ ਤੋਂ ਸਾਹਮਣੇ ਗੁਰੂ ਤੋਂ ਵਿਛੜੇ ਹਾਂ, ਸਰੇਆਮ ਵਿਛੜੇ ਹੋਏ ਹਾਂ। ਤੇ ਜਿਹੜਾ ਵਿਛੜਿਆ ਹੋਇਆ ਹੈ ਮੀਨਸ ਜੋ ਮਨਮਤ ਵਾਲੇ ਕਰਮ ਕਰ ਰਿਹਾ ਹੈ, ਗੁਰਮਤ ਤੋਂ ਉਲਟ ਜ਼ਿੰਦਗੀ ਜੀ ਰਿਹਾ ਹੈ, ਉਹਨੂੰ ਦਰ ਦੇ ਉੱਤੇ ਢੋਈ ਨਹੀਂ ਹੈ, ਉਹ ਪ੍ਰਭੂ ਦੇ ਅੰਦਰ ਸਮਾ ਨਹੀਂ ਪਾਏਗਾ। ਅੰਦਰ ਹੀ ਰੱਬ ਹੈ, ਉਹਦੇ ਵਿੱਚ ਸਮਾ ਨਹੀਂ ਪਾਏਗਾ, ਉਹਦੇ ਵਿੱਚ ਟਿਕ ਨਹੀਂ ਪਾਏਗਾ, ਉਹਦਾ ਗੋਲ ਨਹੀਂ ਬਣ ਪਾਏਗਾ। ਕੋਈ ਜਾਏ ਮਿਲੇ ਤਿੰਨ ਨਿੰਦਕਾਂ, ਮੂੰਹ ਫਿੱਕੇ ਥੁੱਕ ਥੁੱਕ ਮੂੰਹ ਪਾਹੀ। ਹੁਣ ਦੇਖੋ, ਪਹਿਲਾ ਮੂੰਹ ਇੱਥੇ ਹਾਹਾ ਮੁਕਤਾ ਹੈ, ਮੂੰਹ ਫਿੱਕੇ, ਅੱਗੇ ਥੁੱਕ ਥੁੱਕ ਮੂੰਹ ਪਾਹੀ, ਉਹਨੂੰ ਮੂੰਹੇ ਨਹੀਂ ਪੜਨਾ, ਮੂੰਹ ਹੀ ਪੜਨਾ, ਲੇਕਿਨ ਉੱਥੇ ਮੂੰਹ ਦੇ ਹਾਹੇ ਨਾਲ ਸਿਹਾਰੀ ਹੈ। ਜੇ ਮੂੰਹ ਦੇ ਹਾਹੇ ਥੱਲੇ ਔਂਕੜ ਹੁੰਦਾ ਫਿਰ ਇੱਕ ਮੂੰਹ ਦੀ ਗੱਲ ਹੋਣੀ ਸੀ, ਸਿੰਗੂਲਰ ਸ਼ਬਦ ਹੋਣਾ ਸੀ। ਹੁਣ ਮੂੰਹ ਫਿੱਕੇ, ਇੱਥੇ ਮੂੰਹ ਪਲੂਰਲ ਸ਼ਬਦ ਹੈ, ਬਹੁਵਚਨੀ, ਇਸ ਲਈ ਹਾਹੇ ਦਾ ਔਂਕੜ ਹਟਾ ਦਿੱਤਾ ਗਿਆ ਹੈ। ਥੁੱਕ ਥੁੱਕ ਮੂੰਹ ਪਾਹੀ, ਇੱਥੇ ਹਾਹੇ ਨਾਲ ਸਿਹਾਰੀ ਹੈ, ਇਹਦਾ ਮੀਨਿੰਗ ਬਦਲ ਗਿਆ ਹੈ, ਇਹਦਾ ਮੀਨਿੰਗ ਹੈ ਮੂੰਹ ਵਿੱਚ ਜਾਂ ਮੂੰਹ ਤੇ, ਮੂੰਹ ਉੱਤੇ। ਕੋਈ ਜਾਏ ਮਿਲੇ ਤਿੰਨ ਨਿੰਦਕਾਂ, ਜੇ ਕੋਈ ਬੰਦਾ ਉਹਨਾਂ ਨਿੰਦਕਾਂ ਨੂੰ ਜਿਹੜੇ ਪ੍ਰਤੱਖ ਗੁਰੂ ਦੇ ਹੁੰਦਿਆਂ ਵਿਛੜੇ ਹੋਏ ਨੇ, ਜੋ ਗੁਰਬਾਣੀ ਤੋਂ ਉਲਟ ਕਰਮ ਕਰ ਰਹੇ ਨੇ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ ਅਪਰਾਧ ਜੋ ਕਮਾ ਰਹੇ ਨੇ, ਜੇ ਕੋਈ ਬੰਦਾ ਉਹਨਾਂ ਦੇ ਵਿੱਚ ਜਾ ਮਿਲੇ, ਕੋਈ ਜਾਏ ਮਿਲੇ ਤਿੰਨ ਨਿੰਦਕਾਂ, ਉਹਨਾਂ ਦੇ ਵਿੱਚ ਜਾ ਰਲੇ, ਉਹੀ ਕੰਮ ਕਰਨ ਲੱਗ ਜਾਏ, ਕੋਈ ਹੋਰ ਬੰਦਾ ਵੀ ਕਰਨ ਲੱਗ ਜਾਏ ਉਹਨਾਂ ਦੀ ਸੰਗਤ ਕਰਕੇ। ਮੂੰਹ ਫਿੱਕੇ ਥੁੱਕ ਥੁੱਕ ਮੂੰਹ ਪਾਹੀ, ਉਹਨਾਂ ਦੇ ਮੂੰਹ ਫਿੱਕੇ, ਫਿੱਕੇ ਦਾ ਮਤਲਬ ਉਹਨਾਂ ਦੇ ਮੂੰਹ ਚਿਹਰੇ ਪ੍ਰਸ਼ਟੇ ਹੋਏ ਨੇ ਔਰ ਉਹਨਾਂ ਦੇ ਮੂੰਹ ਤੇ ਨਿਰੀਆਂ ਥੁੱਕਾਂ ਹੀ ਪੈਂਦੀਆਂ। ਥੁੱਕਾਂ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਮੂੰਹ ਤੇ ਲੋਕੀ ਥੁੱਕਦੇ ਫਿਰਦੇ ਨੇ, ਮੂੰਹ ਤੇ ਥੁੱਕਾਂ ਪੈਣ ਦਾ ਮਤਲਬ ਕਿ ਉਹਨਾਂ ਦੀ ਨਮੋਸ਼ੀ ਦਾ ਮੂੰਹ ਵੇਖਣਾ ਪੈਂਦਾ, ਉਹਨਾਂ ਨੂੰ ਸ਼ਰਮਸਾਰ ਹੋਣਾ ਪੈਂਦਾ। ਲੋਕ ਕਹਿੰਦੇ ਨੇ ਮੈਂ ਥੁੱਕਣਾ ਉਸ ਬੰਦੇ ਦੇ ਮੂੰਹ ਤੇ, ਮਤਲਬ ਕਿ ਉਹਨਾਂ ਨੂੰ ਸਤਿਕਾਰ ਨਹੀਂ ਮਿਲਦਾ, ਉਹਨਾਂ ਨੂੰ ਮਾਣ ਨਹੀਂ ਮਿਲਦਾ। ਉਹ ਜਿੱਥੇ ਵੀ ਜਾਣਗੇ ਉਹਨਾਂ ਨੂੰ ਨਮੋਸ਼ੀ ਦਾ ਮੂੰਹ ਵੇਖਣਾ ਪਵੇਗਾ, ਜਿਹੜੇ ਉਹਨਾਂ ਨਿੰਦਕਾਂ ਦੇ ਨਾਲ ਮਿਲ ਜਾਣਗੇ ਉਹਨਾਂ ਨੂੰ। ਤਾਂ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਐਸਾ ਵਰਤਾਰਾ ਨਾ ਵਰਤੇ, ਤਾਂ ਫਿਰ ਉਸ ਬੰਦੇ ਨੂੰ ਚਾਹੀਦਾ ਹੈ ਉਹ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੇ ਔਰ ਜੋ ਗੁਰੂ ਸਿਧਾਂਤਾਂ ਤੋਂ ਉਲਟ ਕਰਮ ਨੇ ਉਹਨਾਂ ਨੂੰ ਨਾ ਕਰੇ,
ਔਰ ਐਸੇ ਲੋਕਾਂ ਦੀ ਸੰਗਤ ਵਿੱਚ ਮਿਲ ਕੇ ਗੁਰਮਤ ਦਾ ਤਿਆਗ ਨਾ ਕਰੇ, ਦ੍ਰਿੜਤਾ ਦੇ ਨਾਲ ਗੁਰਮਤ ਨੂੰ ਅਪਣਾ ਕੇ ਰੱਖੇ, ਨਹੀਂ ਤਾਂ ਮੂੰਹ ਫਿੱਕੇ ਥੁੱਕ ਥੁੱਕ ਮੂੰਹ ਪਾਹੀ ਵਾਲੀ ਅਵਸਥਾ ਹੋ ਜਾਏਗੀ, ਹਾਲਾਤ ਹੋ ਜਾਏਗੀ। ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ, ਨਿਤ ਭੰਬਲ ਭੂਸੇ ਖਾਹੀ। ਭੰਬਲ ਭੂਸੇ ਦਾ ਮਤਲਬ ਹੁੰਦਾ ਹੈ ਡੱਕੋ ਡੋਲੇ ਖਾਂਦੇ ਫਿਰਨਾ, ਕਦੇ ਇੱਧਰ ਚਲੇ ਗਏ ਕਦੇ ਉਧਰ ਚਲੇ ਗਏ, ਟਿਕਾਵ ਨਹੀਂ ਉਹਨਾਂ ਨੂੰ ਮਿਲਦਾ। ਸਤਿਗੁਰੂ ਦੇ ਰਾਰੇ ਨਾਲ ਸਿਹਾਰੀਏ, ਸਤਿਗੁਰੂ ਨੇ, ਸਤਿਗੁਰੂ ਵੱਲੋਂ। ਫਿਟਕੇ ਦਾ ਮਤਲਬ ਜੋ ਫਿਟਕਾਰੇ ਹੋਏ ਨੇ, ਵਿਛੜੇ ਹੋਏ ਨੇ। ਸਤਿਗੁਰੂ ਦੇ ਫਿਟਕਾਰੇ ਦਾ ਮਤਲਬ ਜੋ ਗੁਰੂ ਤੋਂ ਵਿਛੜੇ ਹੋਏ ਨੇ। ਜੋ ਮਨੁੱਖ ਗੁਰੂ ਵੱਲੋਂ ਬੇਮੁਖ ਨੇ, ਉਹ ਸੰਸਾਰ ਵੱਲੋਂ ਵੀ ਫਿਟਕਾਰੇ ਜਾਂਦੇ ਨੇ, ਉਹਨਾਂ ਨੂੰ ਸੰਸਾਰ ਵਿੱਚ ਵੀ ਮਾਣ ਆਦਰ ਨਹੀਂ ਮਿਲਦਾ। ਕਿਉਂਕਿ ਜੋ ਗੁਰੂ ਤੋਂ ਫਿਟਕਾਰਿਆ ਹੈ, ਗੁਰੂ ਤੋਂ ਬੇਮੁਖ ਹੈ, ਉਹ ਕੰਮ ਮਾੜੇ ਕਰੇਗਾ, ਨਸ਼ਿਆਂ ਦੀ ਵਰਤੋਂ ਕਰੇਗਾ, ਚੋਰੀਆਂ ਦੀ ਵਰਤੋਂ ਕਰੇਗਾ, ਕਰੈਕਟਰਲੈਸ ਹੋਏਗਾ, ਤੇ ਉਹਨੂੰ, ਐਸੇ ਬੰਦੇ ਨੂੰ ਜਗਤ ਵੀ ਫਿਟਕਾਰਾ ਪਾਉਂਦਾ ਹੈ, ਸੰਸਾਰ ਦੇ ਲੋਕ ਵੀ ਉਹਨੂੰ ਆਪਣੇ ਘਰ ਵਿੱਚ ਵਾੜ ਕੇ ਰਾਜੀ ਨਹੀਂ ਰਹਿੰਦੇ। ਕਿੰਨੇ ਸਾਰੇ ਸਾਡੇ ਐਸੇ ਸੱਜਣ ਮਿੱਤਰ ਹੁੰਦੇ ਨੇ ਵਿਆਹ ਸ਼ਾਦੀ ਵਿੱਚ, ਤੇ ਲੋਕ ਰੋਕਦੇ ਨਾ ਆਪਣੇ ਰਿਸ਼ਤੇਦਾਰਾਂ ਨੂੰ, ਯਾਰ ਫਲਾਂ ਬੰਦੇ ਨੂੰ ਨਾ ਬੁਲਾਇਆ, ਜੇ ਉਹਨੇ ਆਣ ਕੇ ਕਲੇਸ਼ ਹੀ ਪਾਣਾ, ਉਹ ਬੰਦਾ ਘਰ ਵਾੜਨ ਵਾਲਾ ਨਹੀਂ ਹੈ। ਤਾਂ ਸੰਸਾਰ ਵੱਲੋਂ ਵੀ ਫਿਟਕਾਰੇ ਜਾਂਦੇ ਨੇ। ਨਿਤ ਭੰਬਲ ਭੂਸੇ ਖਾਹੀ, ਤੇ ਐਸੇ ਜੋ ਬੰਦੇ ਗੁਰਮਤ ਤੋਂ ਉਲਟ ਜ਼ਿੰਦਗੀ ਜੀਣ ਵਾਲੇ ਨੇ, ਮਾੜੇ ਕਰਮ ਕਰਨ ਵਾਲੇ, ਗੁਰੂ ਤੋਂ ਬੇਮੁਖ ਫਿਟਕਾਰੇ ਹੋਏ ਨੇ, ਉਹ ਨਿਤ ਡੱਕੋ ਡੋਲੇ ਖਾਂਦੇ ਫਿਰਦੇ ਨੇ, ਭਟਕਦੇ ਫਿਰਦੇ ਨੇ, ਉਹਨਾਂ ਨੂੰ ਟਿਕਾਵ ਨਹੀਂ ਮਿਲਦਾ, ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ। ਜਿਨ ਗੁਰ ਗੋਪਿਆ ਆਪਣਾ, ਸੇ ਲੈਂਦੇ ਟਹਾ ਫਿਰਾਹੀ। ਫਿਰਾਹੀ ਦਾ ਮਤਲਬ ਫਿਰਦੇ ਨੇ। ਟਹਾ ਦਾ ਮਤਲਬ ਆਸਤਰਾ ਵੀ ਕਹਿੰਦੇ ਨੇ, ਲੇਕਿਨ ਇੱਥੇ ਢਾਹ ਦਾ ਮਤਲਬ ਹੈ ਟਾਹਾਂ ਮਾਰਨਾ। ਜਿਵੇਂ ਕੋਈ ਮਰਦਾ ਨਾ ਬੰਦਾ, ਤੇ ਕਿਸੇ ਦੇ ਮਰਨ ਤੇ ਫਿਰ ਬੰਦਾ ਢਾਹ ਮਾਰਦਾ ਹੈ, ਉੱਚੀ ਉੱਚੀ ਰੋਣ ਨੂੰ ਕਹਿੰਦੇ ਨੇ ਟਾਹਾਂ ਮਾਰਨਾ। ਜਿਨ ਗੁਰ ਗੋਪਿਆ ਆਪਣਾ। ਹੁਣ ਗੋਪਿਆ ਦਾ ਕਈ ਲੋਕ ਤਾਂ ਕਰਦੇ ਨੇ ਨਿੰਦਿਆ, ਲੇਕਿਨ ਇੱਥੇ ਗੋਪਿਆ ਦਾ ਮਤਲਬ ਹੈ ਲੁਕਾਣਾ, ਗੁਰੂ ਨੂੰ ਲੁਕਾ ਦੇਣਾ, ਛੁਪਾ ਦੇਣਾ। ਗੁਰੂ ਨੂੰ ਲੁਕਾਉਣ ਦਾ, ਛਿਪਾਉਣ ਦਾ ਮਤਲਬ ਪਤਾ ਕੀ ਹੈ? ਕਿ ਪ੍ਰਤੱਖ ਤੌਰ ਤੇ ਗੁਰੂ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦੇਣਾ। ਪ੍ਰਗਟ ਤੌਰ ਤੇ ਹੁਣ ਜੋ ਗੁਰੂ ਦੀ ਪਾਵਨ ਬਾਣੀ ਹੈ, ਉਹਦੇ ਤੇ ਅਮਲ ਕਰਨ ਲੱਗਿਆ ਸਾਨੂੰ ਡਰ ਝਾਕਾ ਕਾਹਦਾ? ਪਰ ਬਹੁਤੇ ਲੋਕ ਫਿਰ ਇਹ ਕਹਿੰਦੇ ਨੇ ਨਾ ਕਿ ਯਾਰ ਲੋਕ ਕੀ ਕਹਿਣਗੇ, ਲੋਕਾਚਾਰੀ ਸਾਹਮਣੇ ਰੱਖਦੇ ਨੇ। ਜੇ ਅਸੀਂ ਕਹੀਏ ਨਾ ਕਿ ਤੁਸੀਂ ਵਿਆਹ ਸ਼ਾਦੀ ਵਿੱਚ ਇੰਨੀਆਂ ਸਾਰੀਆਂ ਮਨਮਤਾਂ ਕੀਤੀਆਂ, ਤਾਂ ਉਹ ਕਹਿੰਦੇ ਨੇ ਪਤਾ ਤਾਂ ਵੀਰ ਸਾਨੂੰ ਹੈ, ਪਰ ਯਾਰ ਲੋਕ ਲਾਜ ਕਰਕੇ ਰਿਸ਼ਤੇਦਾਰ ਨਾਰਾਜ਼ ਨਾ ਹੋ ਜਾਣ, ਮੇਰੀ ਮਾਸੀ ਨਾ ਨਾਰਾਜ਼ ਹੋ ਜਾਏ, ਭੂਆ ਨਾ ਨਾਰਾਜ਼ ਹੋ ਜਾਏ, ਚਾਚੇ ਤਾਏ ਨਾ ਨਾਰਾਜ਼ ਹੋ ਜਾਣ, ਮੇਰੇ ਯਾਰ ਦੋਸਤ ਨਾ ਨਾਰਾਜ਼ ਹੋ ਜਾਣ, ਉਹਨਾਂ ਕਰਕੇ ਅਸੀਂ ਇਹ ਗਲਤ ਕੰਮ ਕੀਤਾ। ਪਤਾ ਸਾਨੂੰ ਹੈ। ਇਹਨੂੰ ਕਹਿੰਦੇ ਨੇ ਗੁਰ ਗੋਪਿਆ, ਯਾਨੀ ਗੁਰੂ ਨੂੰ ਪਿੱਠ ਦੇਣੀ, ਗੁਰੂ ਤੋਂ ਬੇਮੁਖ ਹੋ ਜਾਣਾ। ਜੋ ਆਪਣੇ ਗੁਰੂ ਤੋਂ ਬੇਮੁਖ ਹੋਏ ਨੇ, ਜਿਨ੍ਹਾਂ ਨੇ ਪ੍ਰਤੱਖ ਤੌਰ ਤੇ ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜੀਵੀ, ਸੇ ਲੈਂਦੇ ਟਾਹ ਫਿਰਾਹੀ, ਉਹ ਲੋਕ ਟਾਹਾਂ ਮਾਰਦੇ ਫਿਰਦੇ ਨੇ। ਭਾਵ ਉਹ ਸਾਰੀ ਜ਼ਿੰਦਗੀ ਕਲਪਦਿਆਂ ਹੀ ਕੱਢਦੇ ਹਨ। ਉਹਨਾਂ ਦੇ ਜੀਵਨ ਵਿੱਚ ਸ਼ਾਂਤੀ ਨਹੀਂ ਰਹਿੰਦੀ ਹੈ, ਉਹ ਕੋਈ ਸੁਖੀ ਨਹੀਂ ਹੁੰਦੇ। ਔਰ ਤੁਸੀਂ ਸਮਾਜ ਵੱਲ ਵੇਖੋ, ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਵਿੱਚ ਵੀ ਸਮਾਜ ਵੱਲ ਵੀ ਇਮਾਨਦਾਰੀ ਦੇ ਨਾਲ ਦੇਖੋ। ਕੁਝ ਲੋਕ ਤੁਹਾਨੂੰ ਐਸੇ ਮਿਲ ਜਾਣਗੇ ਜੋ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀ ਰਹੇ ਨੇ, ਬੜੀ ਪਿਆਰਾ ਉਹਨਾਂ ਦੇ ਬੋਲ ਨੇ, ਪਿਆਰਾ ਸੁਭਾਅ ਹੈ, ਬਹੁਤ ਚੰਗਾ ਉਹਨਾਂ ਦਾ ਜੀਵਨ ਹੈ, ਉਹ ਬੜੇ ਸ਼ਾਂਤ ਨੇ, ਬੜੇ ਖੁਸ਼ ਨੇ, ਬੜੀ ਚੰਗੀ ਜ਼ਿੰਦਗੀ ਜੀ ਰਹੇ ਨੇ। ਤੇ ਕੁਝ ਲੋਕ ਐਸੇ ਨੇ ਜਿਨ੍ਹਾਂ ਨੇ ਸੱਚ ਨੂੰ, ਗੁਰੂ ਦੇ ਸਿਧਾਂਤਾਂ ਨੂੰ, ਬਾਣੀ ਨੂੰ ਇੰਪਲੀਮੈਂਟ ਜ਼ਿੰਦਗੀ ਵਿੱਚ ਨਹੀਂ ਕੀਤਾ। ਬੇਸ਼ੱਕ ਉਹਨਾਂ ਕੋਲ ਪ੍ਰੋਪਰਟੀ ਬਹੁਤ ਹੈ, ਲੇਕਿਨ ਉਹ ਰੋਂਦੇ ਫਿਰਦੇ ਨੇ, ਕਲਪਦੇ ਫਿਰਦੇ ਨੇ, ਸੁਖੀ ਨਹੀਂ, ਸ਼ਾਂਤ ਨਹੀਂ, ਪਰੇਸ਼ਾਨ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜੋ ਆਪਣੇ ਗੁਰੂ ਦੀ ਨਿੰਦਾ ਕਰਦਾ ਹੈ, ਭਾਵ ਗੁਰੂ ਤੋਂ ਉਲਟ ਚੱਲਦਾ ਹੈ, ਬੇਮੁਖ ਹੈ, ਉਹ ਸਾਰੀ ਜ਼ਿੰਦਗੀ ਰੋਂਦਿਆਂ ਕਲਪਦਿਆਂ ਹੀ ਕੱਢਦਾ ਹੈ। ਤਿਨ ਕੀ ਭੁੱਖ ਕਦੇ ਨਾ ਉਤਰੈ, ਨਿਤ ਭੁੱਖਾ ਭੁੱਖ ਕੁਕਾਹੀ। ਕੁਕਾਹੀ ਨਹੀਂ ਬੋਲਣਾ, ਹਾਹੇ ਦੀ ਬਿਹਾਰੀ ਨਾਲ ਬਿੰਦੀ ਲਾਣੀ ਹੈ, ਕੁਕਾਹੀ, ਕਿਉਂਕਿ ਬਹੁਵਚਨੀ ਸ਼ਬਦ ਹੈ। ਤਿੰਨ ਸ਼ਬਦ ਬਹੁਵਚਨੀ ਹੈ। ਤਿੰਨ ਕੀ ਭੁੱਖ ਕਦੇ ਨਾ ਉਤਰੈ, ਉਹਨਾਂ ਦੀ ਭੁੱਖ, ਉਹਨਾਂ ਦੀ ਤ੍ਰਿਸ਼ਨਾ ਕਦੇ ਵੀ ਨਹੀਂ ਉਤਰਦੀ। ਸਦਾ ਭੁੱਖ ਭੁੱਖ ਹੀ ਕੂਕਦੇ ਰਹਿੰਦੇ ਨੇ। ਭੁੱਖਾ ਭੁੱਖ ਕੁਕਾਹੀ ਦਾ
ਮਤਲਬ ਭੁੱਖ ਹੀ ਕੂਕਦੇ ਰਹਿੰਦੇ ਨੇ। ਉਹਨਾਂ ਦੀ ਤ੍ਰਿਸ਼ਨਾ ਦੀ ਭੁੱਖ ਕਦੇ ਨਹੀਂ ਉਤਰਦੀ, ਉਹਨਾਂ ਦੀ ਵਿਕਾਰਾਂ ਦੀ ਭੁੱਖ ਕਦੇ ਨਹੀਂ ਉਤਰਦੀ, ਔਰ ਹੋਰ ਹੀ ਉਹ ਵੇਖਦੇ ਰਹਿੰਦੇ ਨੇ। ਦੇਖੋ, ਜੇ ਅਸੀਂ ਦੇਖਦੇ ਹਾਂ ਕਿ ਸਾਡੇ ਘਰ ਕਿੰਨੀਆਂ ਸਾਰੀਆਂ DVD ਨੇ, ਸਾਡੇ ਕੋਲ ਢੇਰ ਲੱਗੇ ਨੇ। ਉਸ ਤੋਂ ਬਾਅਦ YouTube ਦੇ ਉੱਤੇ ਬਹੁਤ ਕੁਛ ਪਿਆ ਹੈ। ਫਿਰ ਵੀ ਲੋਕ ਫਿਲਮਾਂ ਵੇਖਣ ਵੀ ਜਾਂਦੇ ਨੇ, ਨਾਟਕ ਚੇਟਕ ਵੇਖਦੇ ਨੇ, ਤੇ ਇੰਨਾ ਕੁਛ ਵੇਖ ਕੇ ਕੀ ਅਸੀਂ ਰੱਜ ਗਏ ਹਾਂ ਕਿ ਹੁਣ ਸਾਨੂੰ ਹੋਰ ਚਾਹਤ ਨਹੀਂ ਰਹੀ ਵੇਖਣ ਦੀ। ਨਿੰਦਾ ਚੁਗਲੀ ਲੋਕਾਂ ਦੀ ਸੁਣ ਕੇ ਕੀ ਅਸੀਂ ਰੱਜ ਗਏ ਹਾਂ। ਯਾਨੀ ਅੰਦਰ ਸ਼ਾਂਤੀ ਨਹੀਂ ਆਉਂਦੀ, ਤ੍ਰਿਸ਼ਨਾ ਨਹੀਂ ਮੁੱਕਦੀ। ਜਿਹੜੇ ਗੁਰੂ ਤੋਂ ਉਲਟ ਨੇ, ਉਹਨਾਂ ਨੂੰ ਕਦੇ ਸ਼ਾਂਤੀ ਮਿਲਦੀ ਨਹੀਂ ਹੈ। ਉਹਨਾਂ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਮਿਟਦੀ, ਨਾ ਧਨ ਦੀ, ਨਾ ਵਿਕਾਰਾਂ ਦੀ, ਕਦੇ ਵੀ ਨਹੀਂ। ਉਹ ਭੁੱਖ ਹੀ ਕੂਕਦੇ ਸਾਰੀ ਜ਼ਿੰਦਗੀ ਆਤਮਿਕ ਮੌਤ ਤੇ ਮਰ ਕੇ ਆਪਣੇ ਜੀਵਨ ਨੂੰ ਵਿਅਰਥ ਗਵਾ ਜਾਂਦੇ ਨੇ। ਉਹਨਾਂ ਦਾ ਆਖਿਆ ਕੋ ਨਾ ਸੁਣੈ, ਨਿਤ ਹੌਲੇ ਹੌਲ ਮਰਾਹੀ। ਹੌਲ ਦਾ ਮਤਲਬ ਹੌਲ ਵਿੱਚ ਧੜਕੂ, ਧੜਕੇ ਨਾਲ ਹੀ, ਹੌਲ ਵਿੱਚ ਹੀ ਉਹਨਾਂ ਨੂੰ ਹੌਲ ਪੈਂਦਾ ਰਹਿੰਦਾ, ਜਿਵੇਂ ਕਿ ਇੰਨਾ ਹੌਲ ਪੈਂਦਾ। ਉਹਨਾਂ ਦੀ ਗੱਲ ਕੋਈ ਨਹੀਂ ਸੁਣਦਾ, ਉਹਨਾਂ ਦਾ ਆਖਿਆ ਕੋ ਨਾ ਸੁਣੈ। ਹੁਣ ਕੋ ਨਾ ਸੁਣੇ ਨੂੰ ਸਮਝ ਲੈਣਾ, ਇਹ ਮਤਲਬ ਇਹ ਨਹੀਂ ਕਿ ਜੇ ਕਿਸੇ ਦੀ ਨਿੰਦਿਆ ਨਾ ਕਰੋ ਤੇ ਕੋਈ ਸੁਣਦਾ ਨਹੀਂ। ਲੋਕ ਬੜੇ ਚਾਅ ਨਾਲ ਸੁਣਦੇ ਨੇ। ਸਾਡੇ ਕੋਲ ਕੋਈ ਕਿਸੇ ਦੀ ਨਿੰਦਿਆ ਕਰੇ, ਕੋਈ ਬਦਖੋਈ ਕਰੇ ਕਿਸੇ ਰਿਸ਼ਤੇਦਾਰ ਭੈਣ ਭਰਾ ਦੀ, ਤਾਂ ਸਾਨੂੰ ਤੇ ਚਾਅ ਚੜਦਾ। ਜੇ ਅਗਲਾ ਉੱਠ ਕੇ ਜਾਣ ਲੱਗੇ ਤੇ ਉਹਨੂੰ ਬਾਹੋਂ ਫੜ ਕੇ ਭਾਈ ਦਾ ਉਹ ਬਹਿ ਜਾ ਯਾਰ, ਚਾਹ ਪੀ ਕੇ ਜਾਂ ਬਣਾ ਨਹੀਂ ਬਿੰਦੋ ਕੁੜੀਏ ਚਾਚੇ ਵਾਸਤੇ ਚਾਹ ਲਿਆ, ਨਾਲ ਬਿਸਕੁਟ ਲਿਆ, ਉਹ ਮੁੰਡਿਆ ਜਾ ਉਹ ਭੋਲਿਆ ਪਕੌੜੇ ਫੜ ਲਿਆ ਥੋੜੇ ਜਿਹੇ ਪਨੀਰ ਦੇ। ਅਗਲੇ ਨੂੰ ਪਨੀਰ ਦੇ ਪਕੌੜੇ ਖਾ ਕੇ ਬਿਠਾ ਕੇ ਤੇ ਕਹੀਦਾ ਵੀ ਲੋਕਾਂ ਦੀ ਹੋਰ ਮਿੱਟੀ ਪਲੀਤ ਕਰ, ਲੋਕਾਂ ਦੀ ਚੁਗਲੀ ਕਰ ਹੋਰ। ਅਸੀਂ ਤੇ ਸੁਣਦੇ ਹਾਂ। ਉਹਨਾਂ ਦਾ ਆਖਿਆ ਕੋ ਨਾ ਸੁਣੇ, ਇਹਦਾ ਮੀਨਿੰਗ ਹੈ ਕਿ ਉਹਨਾਂ ਦੀ ਗੱਲ ਦੇ ਉੱਤੇ ਬੰਦਾ ਇਤਬਾਰ ਨਹੀਂ ਕਰਦਾ। ਕੋਈ ਜਿਹੜੇ ਝੂਠੇ ਨੇ, ਫਰੇਬੀ ਨੇ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਹੈ, ਸੁਣੀ ਜਾਂਦੇ ਨੇ ਲੋਕੀ ਉਹਨਾਂ ਨੂੰ, ਉਹਨਾਂ ਦੀ ਗੱਲ ਤੇ ਕੋਈ ਵਿਸ਼ਵਾਸ ਨਹੀਂ ਕਰਦਾ। ਨਾ ਸੁਣੇ ਦਾ ਮਤਲਬ ਵਿਸ਼ਵਾਸ ਨਹੀਂ ਕਰਦਾ। ਨਿਤ ਹੌਲੇ ਹੌਲ ਮਰਾਹੀ, ਹੌਲੇ ਹੌਲ ਦਾ ਮਤਲਬ ਚਿੰਤਾ ਦੇ ਅੰਦਰ, ਤੇ ਉਹ ਲੋਕ ਚਿੰਤਾ ਔਰ ਫਿਕਰ ਦੇ ਅੰਦਰ ਹੀ ਆਤਮਿਕ ਮੌਤ ਤੇ ਮਰ ਜਾਂਦੇ, ਆਪਣੀ ਜ਼ਿੰਦਗੀ ਵਿਅਰਥ ਗਵਾ ਜਾਂਦੇ ਨੇ, ਚਿੰਤਾ ਦੇ ਅੰਦਰ ਰਹਿੰਦੇ ਨੇ ਔਰ ਆਤਮਿਕ ਮੌਤ ਤੇ ਮਰ ਜਾਂਦੇ ਨੇ। ਉਹਨਾਂ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਉਹਨਾਂ ਦੀ ਜ਼ਮੀਰ ਮਰ ਜਾਂਦੀ ਹੈ, ਵਿਸ਼ਵਾਸ ਉਹਨਾਂ ਦਾ ਕੋਈ ਕਰਦਾ ਨਹੀਂ, ਚਿੰਤਾ ਫਿਕਰ ਸਹਿੜ ਲੈਂਦੇ ਨੇ। ਇਹ ਨਤੀਜਾ ਕਾਹਦਾ ਹੈ? ਗੁਰੂ ਤੋਂ ਬੇਮੁਖ ਹੋਣ ਦਾ, ਗੁਰੂ ਦੀ ਬਾਣੀ ਨੂੰ ਤਿਆਗਣ ਦਾ, ਸੱਚ ਨੂੰ ਤਿਆਗਣ ਦਾ ਇਹ ਨਤੀਜਾ ਨਿਕਲਦਾ। ਸਤਿਗੁਰ ਕੀ ਵਡਿਆਈ ਵੇਖ ਨਾ ਸਕਣੀ, ਸਤਿਗੁਰ ਕੀ ਵਡਿਆਈ ਵੇਖ ਨਾ ਸਕਣੀ, ਉਹਨਾਂ ਅੱਗੇ ਪਿੱਛੇ ਥਾਉ ਨਹੀਂ। ਅੱਗੇ ਪਿੱਛੇ ਦਾ ਮਤਲਬ ਕਿਤੇ ਵੀ ਨਾ ਵਰਤਮਾਨ ਵਿੱਚ, ਨਾ ਬੀਤ ਗਏ ਸਮੇਂ ਵਿੱਚ ਸੁੱਖ ਸੀ, ਨਾ ਆਉਣ ਵਾਲੇ ਸਮੇਂ ਦੇ ਵਿੱਚ ਹੀ ਉਹਨਾਂ ਨੂੰ ਸੁੱਖ ਦੀ ਆਸ ਹੈ। ਜਿਹੜਾ ਮਨੁੱਖ ਸਤਿਗੁਰ ਦੀ ਵਡਿਆਈ ਨਹੀਂ ਵੇਖ ਸਕਦਾ, ਸਤਿਗੁਰ ਕੀ ਵਡਿਆਈ ਵੇਖ ਨਾ ਸਕਣੀ, ਗੁਰੂ ਦੀ ਵਡਿਆਈ ਨਹੀਂ ਵੇਖ ਸਕਦੇ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਵੀ ਸਨ, ਲੋਕ ਨਹੀਂ ਵੇਖ ਸਕੇ ਗੁਰੂ ਦੀ ਵਡਿਆਈ, ਤੇ ਜਿਹੜੇ ਨਹੀਂ ਵੇਖ ਸਕੇ ਉਹਨਾਂ ਨੇ ਗੁਰੂ ਜੀ ਨੂੰ ਭੂਤਨਾ, ਬੇਤਾਲਾ ਤੇ ਕੁਰਾਈਆ ਕਹਿਣ ਤੋਂ ਗੁਰੇਜ਼ ਨਹੀਂ ਕੀਤਾ। ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਪਰ ਉਹਨਾਂ ਦੇ ਪੱਲੇ ਕੀ ਪਿਆ? ਜੇ ਨਹੀਂ ਵੇਖ ਸਕੇ ਵਡਿਆਈ ਤਾਂ ਪੱਲੇ ਕੀ ਪਿਆ? ਕੁਛ ਵੀ ਨਾ। ਸਾਰੀ ਦੁਨੀਆ ਦੇ ਵਿੱਚ ਨਿੰਦਾ ਹੀ ਹੋਈ ਤੇ ਹੁਣ ਤੱਕ ਹੋ ਰਹੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੁਣ ਉਹਨਾਂ ਦੀ ਵਡਿਆਈ ਨਹੀਂ ਨਾ ਵੇਖ ਸਕੇ, ਤੇ ਜਿਹੜੇ ਸ਼ਿਕਾਇਤਾਂ ਕਰਨ ਵਾਲੇ ਸਾਨੂੰ ਜਾ ਕੇ ਕਰਦੇ ਰਹੇ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਿੰਨੇ ਸਾਰੇ ਕਾਰਨ ਨੇ, ਕਿੰਨੇ ਸਾਰੇ ਲੋਕ ਉਹਨਾਂ ਦੇ ਵਿੱਚ ਜਾ ਕੇ ਸ਼ਿਕਾਇਤਾਂ ਪਹੁੰਚਾ ਰਹੇ ਸਨ, ਤਾਂ ਉਹ ਵਡਿਆਈ ਨੂੰ ਨਹੀਂ ਵੇਖ ਪਾਏ, ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਨੂੰ ਨਹੀਂ ਵੇਖ ਪਾਏ। ਅੱਜ ਵੀ ਕਈ ਲੋਕ ਨੇ ਗੁਰੂ ਦੀ ਵਡਿਆਈ ਨੂੰ ਨਹੀਂ ਵੇਖ ਪਾਉਂਦੇ। ਔਰ ਗੁਰੂ ਇਸ ਚੀਜ਼ ਨੂੰ ਹੋਰ ਥੋੜਾ ਸਮਝਣਾ। ਹੁਣ ਗੁਰੂ ਦੀ ਵਡਿਆਈ ਕੀ ਹੈ? ਜਿਹੜਾ ਬੰਦਾ ਗੁਰੂ ਦੇ ਦੱਸੇ ਰਾਹ ਤੇ ਚੱਲ ਰਿਹਾ ਨਾ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਰਿਹਾ ਹੈ, 6 ਦੀਆਂ 6 ਗੱਲਾਂ ਜਿਹੜੀਆਂ ਆਪਾਂ ਕਰਦੇ ਹਾਂ ਉਹਨਾਂ ਤੇ ਅਮਲ ਕਰ ਰਿਹਾ ਹੈ, ਮਨ ਵਚਨ ਕਰਮ ਕਰਕੇ ਇੰਪਲੀਮੈਂਟ ਕਰਦਾ ਹੈ। ਹੁਣ ਜਿਹੜਾ ਬੰਦਾ ਗੁਰਬਾਣੀ ਦੇ ਗੁਣਾਂ ਨੂੰ ਇੰਪਲੀਮੈਂਟ ਕਰੇਗਾ, ਉਸ ਬੰਦੇ ਨੂੰ ਮਾਣ ਆਦਰ ਤੇ ਭਾਈ ਮਿਲੇਗਾ ਹੀ ਨਾ, ਮਾਣ ਆਦਰ ਤੇ ਮਿਲੇਗਾ। ਜਿਹੜੇ ਗੁਰੂ ਪਿਆਰੇ ਨੇ, ਗੁਰਬਾਣੀ ਨੂੰ ਸਮਝਣ ਵਾਲੇ ਨੇ, ਉਹਨੂੰ ਆਦਰ ਸਤਿਕਾਰ ਦੇਣਗੇ।
ਪਰ ਜਿਹੜੇ ਗੁਰੂ ਤੋਂ ਬੇਮੁਖ ਨੇ, ਜਿਨ੍ਹਾਂ ਦੇ ਅੰਦਰ ਈਰਖਾ ਨਿੰਦਿਆ ਹੈ, ਉਹ ਉਸ ਵਡਿਆਈ ਨੂੰ ਵੇਖ ਨਹੀਂ ਸਕਦੇ, ਫਿਰ ਉਸ ਬੰਦੇ ਦੇ ਵਿਰੋਧ ਚ ਬੋਲਣਗੇ। ਹੋ ਸਕਦਾ ਹੈ ਉਹਦੇ ਗਲ ਵੀ ਪੈਣ, ਹੈ ਨਾ, ਅੱਜ ਵੀ ਵਰਤਾਰਾ ਵਰਤ ਰਿਹਾ ਹੈ। ਤਾਂ ਸਤਿਗੁਰੂ ਦੀ ਜਿਹੜਾ ਵਡਿਆਈ ਨਹੀਂ ਨਾ ਵੇਖ ਸਕਦਾ, ਉਹਨਾਂ ਅੱਗੇ ਪਿੱਛੇ ਥਾਂ ਨਾ ਹੀ, ਉਹਨੂੰ ਅੱਗੇ ਪਿੱਛੇ ਥਾਂ ਨਹੀਂ ਮਿਲਦਾ, ਭਾਵ ਉਹਦੇ ਜੀਵਨ ਵਿੱਚ ਕਦੇ ਵੀ ਸੁੱਖ ਨਹੀਂ ਪੈਦਾ ਹੁੰਦਾ। ਹੁਣ ਇਸ ਚੀਜ਼ ਨੂੰ ਅਸੀਂ ਇਮਾਨਦਾਰੀ ਨਾਲ ਵਿਚਾਰੀਏ ਕਿ ਸਤਿਗੁਰੂ ਦੀ ਵਡਿਆਈ ਨੂੰ ਜਿਹੜੇ ਨਹੀਂ ਸਮਝ ਪਾਏ, ਕਿ ਗੁਰੂ ਦੀ ਪਾਵਨ ਬਾਣੀ ਦੇ ਉੱਤੇ ਅਮਲ ਕਰਨ ਦੇ ਨਾਲ ਜ਼ਿੰਦਗੀ ਕਿੰਨੀ ਮਹਾਨ ਹੋ ਸਕਦੀ ਹੈ, ਜਿਹੜੇ ਇਸ ਵਡਿਆਈ ਨੂੰ ਨਹੀਂ ਸਮਝ ਪਾਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਨਹੀਂ ਜੀ ਰਹੇ, ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਨਹੀਂ ਹੈ। ਵੇਖ ਲਓ, ਸਮਾਜ ਵਿੱਚ ਵੇਖ ਲਓ। ਤੇ ਜਿਨ੍ਹਾਂ ਨੇ ਗੁਰਬਾਣੀ ਦੀ ਇਸ ਵਡਿਆਈ ਨੂੰ ਸਮਝਿਆ, ਉਹ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਰਹੇ ਨੇ, ਬੜੇ ਸ਼ਾਂਤ ਨੇ, ਬੜੇ ਖੁਸ਼ ਨੇ। ਵੇਖ ਲਓ, ਤੁਹਾਨੂੰ ਮਿਲ ਜਾਣਗੇ ਚੌਗਿਰਦੇ ਕੋਈ ਨਾ ਕੋਈ ਵੀਰ ਭੈਣ ਮਿਲ ਜਾਏ। ਜੋ ਸਤਿਗੁਰ ਮਾਰੇ ਤਿਨ ਜਾਏ ਮਿਲਹਿ, ਰਹਿੰਦੀ ਖੂੰਦੀ ਸਭ ਪਤ ਗਵਾਹੀ। ਇੱਕ ਤਾਂ ਮਿਲਹਿ ਪੜਨਾ ਹੈ, ਜੋ ਰਹਿਦੀ ਖੂਦੀ ਹੈ ਨਾ, ਇਹਨੂੰ ਰਹਿਦੀ ਖੂਦੀ ਨਹੀਂ, ਇਹਨੂੰ ਪੜਨਾ ਹੈ ਰਹਿੰਦੀ ਖੂੰਦੀ। ਤੇ ਪਤ ਨਹੀਂ ਪੜਨਾ, ਪਤ। ਪਤ ਪੜਿਆ ਜੇ ਪੋਲਾ ਜਿਹਾ ਬੋਲੋਗੇ ਨਾ, ਤਾਂ ਉਹਦਾ ਅਰਥ ਪਤੀ ਹੋ ਜਾਏਗਾ। ਇੱਥੇ ਬੋਲਣਾ ਹੈ ਪਤ। ਪਤ ਦਾ ਮਤਲਬ ਇੱਜ਼ਤ, ਗਵਾਹੀ ਨਹੀਂ ਬੋਲਣਾ, ਗਵਾਹੀ ਗਵਾ ਲੈਂਦੇ ਨੇ। ਸਤਿਗੁਰ ਮਾਰੇ, ਜੋ ਸਤਿਗੁਰ ਮਾਰੇ, ਜੋ ਗੁਰੂ ਵੱਲੋਂ ਮਾਰੇ ਹੋਏ ਨੇ, ਯਾਨੀ ਗੁਰੂ ਤੋਂ ਜੋ ਬੇਮੁਖ ਨੇ। ਤਿੰਨ ਜਾਏ ਮਿਲੇ, ਜਿਹੜੇ ਗੁਰੂ ਤੋਂ ਬੇਮੁਖ ਨੇ, ਜਿਹੜੇ ਲੋਕ ਉਹਨਾਂ ਵਿੱਚ ਜਾ ਰਲਦੇ ਨੇ। ਰਹਿੰਦੀ ਖੂੰਦੀ ਸਭ ਪਤ ਗਵਾਹੀ, ਜੇ ਕੋਈ ਥੋੜੀ ਬਾਤੀ ਇੱਜ਼ਤ ਹੁੰਦੀ ਹੈ ਉਹ ਵੀ ਗਵਾ ਲੈਂਦੇ ਨੇ। ਜਿਹੜੇ ਗੁਰੂ ਤੋਂ ਬੇਮੁਖ ਨੇ, ਜੋ ਉਹਨਾਂ ਦੇ ਨਾਲ ਜਾ ਮਿਲੇ, ਜਿਹੜੀ ਥੋੜੀ ਬਹੁਤੀ ਰਹਿੰਦੀ ਇੱਜ਼ਤ ਹੋਏਗੀ ਉਹ ਵੀ ਗਵਾ ਲੈਣਗੇ। ਜਿਵੇਂ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਕਿੰਨੇ ਸਾਰੇ ਮੰਜੀਆਂ ਢਾ ਕੇ ਬਹਿ ਗਏ ਸੀ, ਜੋ ਪੈਸੇ ਦੇ ਲਾਲਚ ਕਰਕੇ ਮਸੰਦ ਉਹਨਾਂ ਦੇ ਨਾਲ ਜਾ ਰਲੇ, ਉਹਨਾਂ ਦੀ ਇੱਜ਼ਤ ਕੀ ਰਹੀ? ਕੁੱਖ ਕੱਖ ਵੀ ਨਾ। ਰਾਮ ਰਾਏ ਦੀ ਕਿੰਨੀ ਕੁ ਰਹਿ ਗਈ, ਧੀਰਮਲ ਦੀ ਕਿੰਨੀ ਕੁ ਰਹਿ ਗਈ, ਧੀਰਮਲੀਆਂ ਦੇ ਨਾਲ ਮਿਲਣ ਵਾਲਿਆਂ ਦੀ ਕਿੰਨੀ ਰਹਿ ਗਈ। ਤਾਂ ਅੱਜ ਵੀ ਜੋ ਗੁਰੂ ਤੋਂ ਬੇਮੁਖ ਨੇ, ਭਾਵ ਜੋ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜਿੰਦੇ, ਜੋ ਡਰੱਗਾਂ ਦਾ ਵਪਾਰ ਕਰ ਰਹੇ ਨੇ, ਝੂਠ ਫਰੇਬ ਬੋਲਦੇ ਨੇ, ਜੇ ਕੋਈ ਉਹਨਾਂ ਦੇ ਨਾਲ ਜਾ ਕੇ ਮਿਲੇਗਾ ਤਾਂ ਜਿਹੜੀ ਥੋੜੀ ਬਹੁਤੀ ਇੱਜ਼ਤ ਹੈ ਉਹ ਵੀ ਗਵਾ ਲੇਗਾ ਨਾ। ਕੁਛ ਤਾਂ ਆਪਣੀਆਂ ਕਰਤੂਤਾਂ ਮਾੜੀਆਂ, ਤੇ ਕੁਛ ਮਾੜੀਆਂ ਕਰਤੂਤਾਂ ਵਿੱਚ ਅੱਗੇ ਜਾ ਕੇ ਰਲ ਗਏ। ਕੁਛ ਕਰੇਲਾ ਤੇ ਕੁਛ ਨਿੰਮ ਤੇ ਚੜਾ ਦਿੱਤੀ, ਕੁਛ ਬਾਂਦਰ ਤੇ ਕੁਛ ਹਲਕਾ। ਬਾਂਦਰ ਤੇ ਵੈਸੇ ਨਹੀਂ ਮਾਨ ਹੁੰਦਾ, ਤੇ ਜੇ ਬਾਂਦਰ ਹਲਕਾ ਹੋ ਜਾਏ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜੇ ਐਸੇ ਲੋਕ ਨੇ ਜੋ ਗੁਰੂ ਤੋਂ ਬੇਮੁਖਾਂ ਦੇ ਵਿੱਚ ਜਾ ਕੇ ਜਾ ਰਲਦੇ ਨੇ, ਤਾਂ ਜਿਹੜੀ ਥੋੜੀ ਬਹੁਤੀ ਇੱਜ਼ਤ ਹੁੰਦੀ ਹੈ ਉਹ ਵੀ ਗਵਾ ਲੈਂਦੇ। ਤਾਂ ਭਾਈ ਸਾਫ਼ ਲਫ਼ਜ਼ਾਂ ਵਿੱਚ ਇਹ ਗੱਲਾਂ ਨੇ ਕਿ ਜੇ ਕੋਈ ਮਾਣ, ਇੱਜ਼ਤ, ਸਤਿਕਾਰ ਵਾਲੀ ਜ਼ਿੰਦਗੀ ਜੀਣੀ ਚਾਹੁੰਦਾ ਹੈ, ਜੇ ਕੋਈ ਸੁੱਖ ਸ਼ਾਂਤੀ ਵਾਲਾ ਜੀਵਨ ਜੀਣਾ ਚਾਹੁੰਦਾ ਹੈ, ਤਾਂ ਉਹਨੂੰ ਚਾਹੀਦਾ ਗੁਰੂ ਤੋਂ ਬੇਮੁਖ ਨਾ ਹੋਵੇ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਏ, ਗੁਰਬਾਣੀ ਪੜ੍ਹੇ, ਸੁਣੇ, ਵਿਚਾਰੇ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੇ। ਇਹਨਾਂ ਬਚਨਾਂ ਨੂੰ ਇੰਪਲੀਮੈਂਟ ਕਰੇ ਆਪਣੇ ਜੀਵਨ ਵਿੱਚ। ਓਏ ਅੱਗੇ ਕੁਸ਼ਤੀ ਗੁਰ ਕੇ ਫਿਟਕੇ, ਜੇ ਉਸ ਮਿਲੇ ਤਿਸ ਕੁਸ਼ਟ ਉਠਾਹੀ। ਕੁਸ਼ਟ ਦਾ ਮਤਲਬ ਹੁੰਦਾ ਹੈ ਕੋੜ, ਤੇ ਕੁਸ਼ਤੀ ਦਾ ਮਤਲਬ ਹੈ ਕੋੜੇ। ਫਿਟਕੇ ਦਾ ਮਤਲਬ ਫਿਟਕਾਰੇ ਹੋਏ, ਬੇਮੁਖ। ਉਠਾਹੀ ਦਾ ਮਤਲਬ ਚਮੇੜ ਦਿੰਦੇ ਨੇ ਉਹਨਾਂ ਨੂੰ, ਜੋ ਉਹਨਾਂ ਨੂੰ ਮਿਲਦਾ ਹੈ ਉਹਨਾਂ ਦੇ ਅੰਦਰ ਵੀ ਕੋੜ ਪੈਦਾ ਕਰ ਦਿੰਦੇ ਨੇ। ਓਏ ਅੱਗੇ ਕੁਸ਼ਤੀ ਗੁਰ ਕੇ ਫਿਟਕੇ, ਜਿਹੜੇ ਗੁਰੂ ਤੋਂ ਖੁੰਝੇ ਹੋਏ ਨੇ ਉਹ ਤੇ ਅੱਗੇ ਕੋੜੇ ਨੇ, ਉਹ ਤੇ ਕੋੜੇ ਹੈ ਹੀ ਨੇ। ਉਹਨਾਂ ਦੇ ਅੰਦਰ ਤਾਂ ਵਿਕਾਰਾਂ ਦੀ ਦੁਰਗੰਧ ਪੈਦਾ ਹੋਈ ਹੈ। ਜੇ ਉਸ ਮਿਲੇ, ਜਿਹੜੇ ਬੰਦੇ ਜਾ ਕੇ ਉਹਨਾਂ ਨੂੰ ਮਿਲਦੇ ਨੇ, ਉਹਨਾਂ ਦਾ ਸੰਗ ਕਰਦੇ ਨੇ, ਉਹ ਕਰਮ ਕਰਦੇ ਨੇ, ਇਸ ਕੁਸ਼ਟ ਉਠਾਹੀ, ਉਹ ਕੋੜੀ ਬੰਦੇ ਉਹਨਾਂ ਦੇ ਵਿੱਚ ਵੀ ਕੋੜ ਪੈਦਾ ਕਰ ਦਿੰਦੇ ਨੇ। ਜਿਵੇਂ ਹੁਣ ਕਰੋਨਾ ਹੈ ਨਾ, ਤਾਂ ਇਹ ਬੇਮੁਖ ਤਾਂ ਕਰੋਨੇ ਵਰਗੀ ਹੋਈ ਹੈ। ਅੱਜ ਕਰੋਨਾ ਜੇ ਹੋਇਆ ਹੋਵੇ ਨਾ, ਤੇ ਆਪਣੇ ਵੀ ਜਿਹੜੇ ਮੈਂਬਰ ਨੇ ਪਰਿਵਾਰ ਦੇ, ਉਹ ਕਹਿੰਦੇ ਨੇ ਵੀ ਮੇਰੇ ਤੋਂ ਥੋੜਾ ਜਿਹਾ ਦੂਰ ਰਹੋ। ਜੇ ਕੋਈ ਸਿਆਣਾ ਬੰਦਾ ਹੈ ਨਾ, ਤਾਂ ਉਹ ਕਹੇਗਾ ਦੂਰ ਰਹੋ। ਹੁਣ ਪਿੱਛੇ ਮੈਨੂੰ ਕਰੋਨਾ ਹੋ ਗਿਆ ਸੀ ਖੁਦ ਨੂੰ, ਤੇ ਮੈਂ ਜਿਸ ਦਿਨ
ਪੋਜ਼ਿਟਿਵ ਰਿਪੋਰਟ ਆਈ ਸੀ, ਕਲਾਸ ਵਿੱਚ ਵੀ ਦੱਸਦਾ ਸੀ। ਮੈਨੂੰ ਇੱਕ ਦੋ ਨੇ ਕਿਹਾ ਵੀ ਕੀ ਲੋੜ ਸੀ ਦੱਸਣ ਦੀ, ਮੈਂ ਕਿਹਾ ਵੀ ਦੱਸਣਾ ਚਾਹੀਦਾ। ਇੱਕ ਦੋ ਵੀਰ ਸਨ ਮਿਲਣ ਆਉਣਾ ਚਾਹੁੰਦੇ ਸੀ, ਮੈਂ ਮਨਾ ਕੀਤਾ ਵੀ ਤੁਸੀਂ ਮਿਲਣ ਵਾਸਤੇ ਨਾ ਆਇਓ, ਕਿਉਂਕਿ ਮੈਂ ਪੋਜ਼ਿਟਿਵ ਹਾਂ। ਜੇ ਮੇਰੇ ਨਜ਼ਦੀਕ ਆਓਗੇ ਤੇ ਤੁਹਾਨੂੰ ਇਹ ਪ੍ਰੋਬਲਮ ਹੋ ਸਕਦੀ ਹੈ। ਤੇ ਇੱਕ ਦੋ ਵੀਰਾਂ ਨੂੰ ਹੋ ਵੀ ਗਈ ਜਿਹੜੇ ਮੇਰੇ ਨਾਲ ਸਨ, ਕਿਉਂਕਿ ਲਾਗ ਹੈ, ਛੂਤ ਦਾ ਰੋਗ ਹੈ, ਦੂਜੇ ਬੰਦੇ ਨੂੰ ਲੱਗ ਸਕਦਾ ਹੈ, ਕੋੜ ਦੂਜੇ ਬੰਦੇ ਨੂੰ ਲੱਗ ਜਾਂਦਾ ਹੈ। ਇਹ ਬੇਮੁਖਤਾ ਵੀ ਕਰੋਨਾ ਵਾਲੀ ਬਿਮਾਰੀ ਹੈ। ਜਿਹੜਾ ਬੇਮੁਖ ਹੈ ਨਾ ਗੁਰੂ ਤੋਂ, ਉਹ ਆਪ ਤੇ ਮਾਰ ਹੀ ਰਿਹਾ ਹੈ, ਦੁਖੀ ਹੈ। ਜਿਹੜਾ ਉਹਦੇ ਨਾਲ ਜਾ ਕੇ ਮਿਲੇਗਾ, ਟੱਚ ਕਰੇਗਾ, ਉਹਨੂੰ ਬੇਮੁਖਤਾ ਦਾ ਕੋੜ ਲੱਗੇਗਾ। ਕਾਲੇ ਭਾਂਡੇ ਨੂੰ ਟੱਚ ਕਰੋਗੇ, ਕੋਈ ਨਾ ਕੋਈ ਦਾਗ ਲੱਗ ਜਾਏਗਾ। ਬਾਸਨ ਕਾਰੋ ਪਰਸੀਐ ਤਉ ਕਿਛ ਲਾਗੈ, ਦਾਗ ਕੋਈ ਨਾ ਕੋਈ ਦਾਗ ਲੱਗ ਜਾਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਜੋ ਗੁਰੂ ਤੋਂ ਬੇਮੁਖ ਨੇ, ਮਾੜੇ ਕਰਮ ਕਰਨ ਵਾਲੇ ਨੇ, ਜੋ ਉਹਨਾਂ ਦੀ ਸੰਗਤ ਕਰਦਾ ਹੈ, ਉਹ ਲੋਕ ਉਹਨਾਂ ਵਿੱਚ ਵੀ ਇਹ ਕੋੜ ਦੀ, ਬੇਮੁਖਤਾ ਦੀ ਬਿਮਾਰੀ ਪੈਦਾ ਕਰ ਦਿੰਦੇ ਨੇ। ਹਰ ਇੱਥੇ ਰੁਕਣਾ ਹੈ। ਹਰ ਹਰੀ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ, ਹੇ ਹਰੀ। ਜਿਵੇਂ ਜਪਜੀ ਸਾਹਿਬ ਵਿੱਚ ਨਾ, ਗੁਰਾ ਇੱਕ ਦੇਹ ਬੁਝਾਈ, ਗੁਰਾ ਦਾ ਮਤਲਬ ਹੈ ਗੁਰੂ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਿ ਹੇ ਗੁਰਦੇਵ, ਮੈਨੂੰ ਇਹ ਸਿੱਖਿਆ ਦੇ ਕਿ ਜੋ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ, ਇੱਕੋ ਹੀ ਹੈ, ਇਹ ਗੱਲ ਮੈਨੂੰ ਭੁੱਲ ਨਾ ਜਾਏ। ਇੱਥੇ ਵੀ ਹਰ ਸੰਬੋਧਨ ਹੈ, ਹਰ ਇਨਕਾ ਦਰਸ਼ਨ ਨਾ ਕਰੋ, ਇਹਨੂੰ ਥੋੜਾ ਜ਼ੋਰ ਦੇ ਕੇ ਪੜਨਾ ਹੈ, ਕਰੋ। ਇੱਥੇ ਕਰੋ ਦਾ ਮਤਲਬ ਹੈਗਾ ਕਰਾਓ। ਜੋ ਦੂਜੇ ਭਾਏ ਚਿਤ ਲਾਹੀ, ਦੂਜੇ ਭਾਏ ਦਾ ਮਤਲਬ ਇੱਕ ਨੂੰ ਛੱਡ ਕੇ ਦ્વੈਤ ਵਾਲੀ ਜ਼ਿੰਦਗੀ ਜੀਣੀ। ਹੇ ਪ੍ਰਭੂ, ਮੈਨੂੰ ਉਹਨਾਂ ਦਾ ਦਰਸ਼ਨ ਨਾ ਕਰਾ, ਮੈਨੂੰ ਉਹਨਾਂ ਦਾ ਦਰਸ਼ਨ ਨਾ ਹੋਵੇ। ਜੋ ਸਤਿਗੁਰ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਪਿਆਰ ਪਾਈ ਬੈਠੇ ਨੇ, ਜੋ ਗੁਰੂ ਦੀ ਸੋਚ ਨੂੰ ਛੱਡ ਕੇ ਮਾਇਆ ਵਾਲੀ ਸੋਚ ਨੂੰ ਅਪਣਾਈ ਬੈਠੇ ਨੇ, ਜਿਨ੍ਹਾਂ ਦੇ ਅੰਦਰ ਮੇਰ ਤੇਰ ਦੇ ਵਿਤਕਰੇ ਨੇ, ਜੋ ਅੰਦਰੋਂ ਹੋਰ ਤੇ ਬਾਹਰੋਂ ਹੋਰ ਨੇ, ਜੋ ਮਨ ਬਚਨ ਕਰਮ ਕਰਕੇ ਸੱਚ ਦੇ ਗੁਰਬਾਣੀ ਦੇ ਧਾਰਨੀ ਨਹੀਂ ਹਨ। ਹੇ ਰੱਬਾ, ਮੈਨੂੰ ਉਹਨਾਂ ਦੇ ਦਰਸ਼ਨ ਨਾ ਕਰਾ। ਯਾਨੀ ਮੈਂ ਉਹਨਾਂ ਦੇ ਨਾਲ ਨਾ ਮਿਲਾਂ, ਮੈਂ ਉਹਨਾਂ ਦੀ ਸੰਗਤ ਵਿੱਚ ਨਾ ਜਾਵਾਂ, ਉਹਨਾਂ ਦੇ ਦਰਸ਼ਨ ਵੀ ਨਾ ਕਰਾਂ। ਯਾਨੀ ਮੈਂ ਉਹਨਾਂ ਦੀ ਸੰਗਤ ਨਾ ਕਰਾਂ, ਵੈਸੇ ਕਰਮ ਮੈਂ ਨਾ ਕਰਾਂ। ਮੈਨੂੰ ਐਸੇ ਲੋਕਾਂ ਤੋਂ, ਐਸੇ ਅਵਗੁਣਾਂ ਤੋਂ ਹੇ ਪ੍ਰਭੂ ਬਚਾ ਕੇ ਰੱਖ, ਜੋ ਇੱਕ ਨੂੰ ਛੱਡ ਕੇ ਦੂਜੇ ਦੇ ਨਾਲ ਚਿੱਤ ਲਾਈ ਬੈਠੇ ਨੇ, ਗੁਰੂ ਨੂੰ ਛੱਡ ਕੇ ਹੋਰ ਕਿਤੇ ਚਿੱਤ ਲਾਈ ਬੈਠੇ। ਤੇ ਕਿੰਨੇ ਸਾਰੇ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਬਾਬਿਆਂ ਨੂੰ ਮੱਥੇ ਟੇਕਦੇ ਫਿਰਦੇ ਨੇ, ਮੜੀਆਂ ਨੂੰ ਮੱਥੇ ਟੇਕਦੇ ਫਿਰਦੇ ਨੇ, ਹੋਰ ਕਿੰਨੇ ਸਾਰੇ ਕਰਮ ਕਰਦੇ ਫਿਰਦੇ ਨੇ। ਹੇ ਮਾਲਕ, ਰਹਿਮਤ ਕਰ, ਮੈਨੂੰ ਉਹਨਾਂ ਦੇ ਦਰਸ਼ਨ ਨਾ ਕਰਾ, ਮੈਨੂੰ ਐਸੇ ਲੋਕਾਂ ਦੇ ਨਾਲ ਮਿਲਾ ਜਿਹੜੇ ਤੇਰੀ ਰਜ਼ਾ ਭਾਣੇ ਵਿੱਚ ਤੁਰ ਰਹੇ ਨੇ, ਜਿਹੜੇ ਇਨਸਾਨੀਅਤ ਵਾਲੀ ਜ਼ਿੰਦਗੀ ਜੀ ਰਹੇ। ਤੁਰ ਕਰਤੇ ਆਪ ਲਿਖ ਪਾਇਆ, ਤਿਸ ਨਾਲ ਕਿਉਂ ਚਾਰਾ ਨਹੀਂ। ਚਾਰਾ ਦਾ ਮਤਲਬ ਜ਼ੋਰ, ਧੁਰ ਦਾ ਮਤਲਬ ਧੁਰ ਤੋਂ, ਕਰਤੇ ਲਿਖ ਪਾਇਆ, ਕਰਤੇ ਨੇ ਲਿਖ ਕੇ ਪਾਇਆ ਹੋਇਆ ਹੈ। ਹੁਣ ਲਿਖ ਕੇ ਪਾਣਾ ਕੀ ਹੈ, ਇਹ ਚੀਜ਼ ਸਮਝ ਲੈਣਾ। ਧੁਰ ਦਾ ਮਤਲਬ ਧੁਰ ਤੋਂ, ਜਦੋਂ ਤੋਂ ਇਹ ਸੰਸਾਰ ਪੈਦਾ ਹੋਇਆ। ਲਿਖ ਪਾਇਆ ਦਾ ਮਤਲਬ ਨਾਲ ਹੀ ਤੁਰਿਆ ਆਉਂਦਾ ਹੈ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਲਿਖਿਆ ਨਾਲ ਦਾ ਮਤਲਬ ਇਹ ਚੀਜ਼ ਨਾਲ ਤੁਰੀ ਆ ਰਹੀ ਹੈ, ਕਿ ਜੋ ਸਿਰਜਣਹਾਰ ਹੈ, ਰਚਨਹਾਰ ਹੈ, ਉਹਨੇ ਧੁਰ ਤੋਂ ਹੀ ਇਹ ਨੇਮ ਬਣਾ ਦਿੱਤਾ ਹੈ। ਹੁਕਮ ਹੈ, ਸਿਸਟਮ ਹੈ, ਲਾ ਆਫ ਨੇਚਰ ਹੈ, ਰਜਾ ਹੈ, ਭਾਣਾ ਹੈ। ਜਿਸ ਵੀ ਵਰਡਿੰਗ ਨਾਲ ਤੁਹਾਨੂੰ ਸਮਝ ਆ ਜਾਏ, ਉਹ ਵਰਡਿੰਗ ਯੂਜ਼ ਕਰ ਲਓ। ਇਸ ਨਾਲ ਕਿ ਉਹ ਚਾਰਾ ਨਹੀਂ, ਜੋ ਰੱਬ ਨੇ ਲਿਖ ਕੇ ਪਾਇਆ ਹੈ, ਜੋ ਰਜਾ ਹੈ, ਭਾਣਾ ਹੈ, ਜੋ ਹੁਕਮ ਹੈ, ਸਿਸਟਮ ਹੈ, ਇਸ ਨਾਲ ਕਿ ਉਹ ਚਾਰਾ ਨਹੀਂ, ਉਹਦੇ ਨਾਲ ਕੋਈ ਚਾਰਾ ਨਹੀਂ ਚੱਲਦਾ, ਉਹਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ। ਉਹਨੂੰ ਅਸੀਂ ਜ਼ੋਰ ਦੇ ਨਾਲ ਬਦਲ ਨਹੀਂ ਸਕਦੇ। ਜੇ ਹੁਣ ਕੋਈ ਬੰਦਾ ਕਹੇ ਕਿ ਮੈਂ ਦਸਮ ਦੁਆਰ ਵਿੱਚ ਪ੍ਰਾਨ ਚੜਾ ਚੜਾ ਕੇ, ਸਮਾਧੀ ਲਾ ਲਾ ਕੇ, ਤੇ ਮੈਂ ਸੂਰਜ ਨੂੰ ਪੱਛਮ ਵਾਲੇ ਪਾਸੇ ਚੜਾ ਦਿਆਂ, ਤਾਂ ਕੀ ਐਵੇਂ ਹੋ ਸਕਦਾ? ਕੋਈ ਚਾਰਾ ਚੱਲ ਸਕਦਾ ਕਿਸੇ ਦਾ? ਜੇ ਕੋਈ ਕਹੇ ਕਿ ਮੈਂ ਧਰਤੀ ਦੇ ਚਫੇਰੇ ਸੂਰਜ ਨੂੰ ਘੁੰਮਣ ਲਾ ਦਿਆਂ, ਤੇ ਕੀ ਐਸਾ ਹੋ ਸਕਦਾ ਹੈ? ਕੀ ਐਸਾ ਹੋ ਸਕਦਾ ਹੈ ਕਿ ਬੰਦਾ ਬੀਜੇ ਜੌਂ ਤੇ ਉਗ ਕਣਕ ਆਵੇ? ਸਿਸਟਮ ਦੇ ਵਿੱਚ ਕੋਈ ਤਬਦੀਲੀ ਹੋ ਹੀ ਨਹੀਂ ਸਕਦੀ। ਰੱਬੀ ਹੁਕਮ ਦੇ ਵਿੱਚ ਕੋਈ ਤਬਦੀਲੀ ਨਹੀਂ ਚੱਲਦੀ। ਇਹਦੇ ਤੇ ਕੋਈ ਚਾਰਾ ਚੱਲਦਾ ਹੀ ਨਹੀਂ। ਮੈਂ ਜਿੰਨਾ ਮਰਜ਼ੀ ਯਤਨ ਕਰਾਂ ਕਿ ਮੈਂ ਜਿਵੇਂ ਆਮ ਮੱਛੀਆਂ ਤੇ ਡੱਡੂ ਪਾਣੀ ਵਿੱਚ ਰਹਿ ਰਹੇ ਨੇ, ਮੈਂ ਵੀ ਪਾਣੀ ਦੇ ਵਿੱਚ ਉਵੇਂ ਰਵਾਂ, ਤਾਂ ਮੈਂ ਰਹਿ ਹੀ ਨਹੀਂ ਸਕਾਂਗਾ। ਚਾਰਾ ਹੈ ਹੀ ਨਹੀਂ। ਹਾਂ,
ਔਰ ਰੱਬੀ ਰਜ਼ਾ ਦੇ ਅੰਦਰ ਜਿੰਨਾ ਮਰਜ਼ੀ ਮੈਂ ਸੁਖ ਮਾਣ ਸਕਣਾ, ਜਿੰਨਾ ਮਰਜ਼ੀ ਮੈਂ ਵਿਕਾਸ ਕਰ ਸਕਦਾ, ਤਾਂ ਗੁਰੂ ਜੀ ਕਹਿੰਦੇ ਨੇ ਧੁਰ ਤੋਂ ਹੀ ਜੋ ਪ੍ਰਭੂ ਨੇ ਹੁਕਮ ਬਣਾਇਆ ਹੈ, ਸਿਸਟਮ ਬਣਾਇਆ ਹੈ, ਲਾ ਆਫ ਨੇਚਰ ਹੈ, ਕੁਦਰਤ ਦੀ ਨਿਯਮਾਵਲੀ ਹੈ, ਉਹਦੇ ਅੱਗੇ ਕੋਈ ਚਾਰਾ ਨਹੀਂ ਚੱਲਦਾ। ਜੇ ਕੋਈ ਨਿੰਦਿਆ ਕਰੇਗਾ ਤਾਂ ਉਹਨੂੰ ਲੋਕ ਨਿੰਦਕ ਕਹਿਣਗੇ, ਚੁਗਲੀਆਂ ਕਰੋਗੇ ਨਾਮ ਚੁਗਲਖੋਰ ਪੈ ਜਾਏਗਾ, ਮਾੜੇ ਕਰਮ ਕਰੋਗੇ ਨਤੀਜਾ ਮਾੜਾ ਨਿਕਲੇਗਾ, ਸੱਚ ਨਾਲ ਜੁੜੋਗੇ ਚੰਗਾ ਨਤੀਜਾ ਨਿਕਲੇਗਾ। ਇਸ ਚੀਜ਼ ਨੂੰ ਕੋਈ ਨਹੀਂ ਬਦਲ ਸਕਦਾ, ਇਹਦੇ ਅੱਗੇ ਕਿਸੇ ਦਾ ਕੋਈ ਚਾਰਾ ਨਹੀਂ ਚੱਲਦਾ। ਜਨ ਨਾਨਕ ਨਾਮ ਅਰਾਧ ਤੂੰ, ਤਿਸ ਅੱਪੜ ਕੋ ਨਾ ਸਕਾਹੀ। ਨਾਮ ਦਾ ਮਤਲਬ ਹੁਕਮ, ਅਰਾਧ ਦਾ ਮਤਲਬ ਯਾਦ ਰੱਖ, ਰੱਬੀ ਹੁਕਮ ਨੂੰ ਯਾਦ ਰੱਖ। ਇਹ ਗੱਲ ਯਾਦ ਰੱਖ ਕਿ ਇਸ ਦੁਨੀਆ ਵਿੱਚ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦਿਆ ਬੁਝਾਇਆ ਜੀ। ਉਹ ਨਾਮ ਹੀ ਹੁਕਮ ਹੈ ਤੇ ਹੁਕਮ ਹੀ ਨਾਮ ਹੈ। ਹੁਕਮ ਔਰ ਨਾਮ ਇੱਕੋ ਚੀਜ਼ ਨੇ। ਹੁਕਮ ਰਜ਼ਾ ਪਾਣਾ, ਨਾਮ ਦਾ ਮਤਲਬ ਹੁਕਮ ਹੀ ਹੈ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਮੰਡ। ਤਾਂ ਇੱਕ ਨਾਮ ਨੂੰ, ਹੁਕਮ ਨੂੰ ਯਾਦ ਵਿੱਚ ਰੱਖ, ਇਹ ਗੱਲ ਚੇਤੇ ਰੱਖ ਕਿ ਮੈਂ ਹੁਕਮ ਰਜ਼ਾ ਦੇ ਵਿੱਚ ਚੱਲਣਾ ਹੈ। ਤਿਸ ਅੱਪੜ ਕੋ ਨਾ ਸਕਾਹੀ, ਹੁਕਮ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਜੇ ਕੋਈ ਕਰ ਸਕਦਾ ਤੇ ਦੱਸੋ ਜੀ, ਕਿ ਰੱਬੀ ਕੁਦਰਤ ਦੇ ਨਿਯਮਾਂ ਨੂੰ ਕੋਈ ਬਦਲ ਸਕਦਾ ਹੈ? ਕੋਈ ਵੀ ਨਹੀਂ ਬਦਲ ਸਕਦਾ। ਇਸ ਲਈ ਇਸ ਗੱਲ ਨੂੰ ਚੇਤੇ ਰੱਖ ਕਿ ਮੈਂ ਹੁਕਮ ਰਜ਼ਾ ਵਿੱਚ ਚੱਲਣਾ ਹੈ। ਹੁਕਮ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਹੁਕਮ ਦੇ ਉਲਟ ਕੋਈ ਨਹੀਂ ਚੱਲ ਸਕਦਾ, ਤੇ ਹੁਕਮ ਦੇ ਅੰਦਰ ਚੱਲ ਕੇ ਹੀ ਤੈਨੂੰ ਸੁਖ ਸ਼ਾਂਤੀ ਮਿਲ ਸਕਦੀ ਹੈ। ਇਸ ਤੋਂ ਵੱਡਾ ਹੋਰ ਕੋਈ ਰਾਸਤਾ ਉਪਾਅ ਨਹੀਂ ਹੈ। ਨਾਵੇਂ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜ੍ਹੇ ਚੜਾਹੀ। ਚੜ੍ਹੇ ਚੜਾਹੀ ਦਾ ਮਤਲਬ ਵੱਧਦੀ ਹੈ, ਵਧਾਈ ਹੋਈ ਵੱਧਦੀ ਹੈ। ਨਾਵੇਂ ਕੀ ਵਡਿਆਈ ਵੱਡੀ ਹੈ, ਨਾਵੇਂ ਦਾ ਮਤਲਬ ਹੁਕਮ। ਹੁਕਮ ਦੀ ਵਡਿਆਈ ਬਹੁਤ ਵੱਡੀ ਹੈ, ਹੁਕਮ ਦੀ ਬੜੀ ਵੱਡੀ ਮਹਾਨਤਾ ਹੈ। ਨਿਤ ਸਵਾਈ ਚੜ੍ਹੇ ਚੜਾਹੀ, ਦਿਨੋਂ ਦਿਨ ਵੱਧਦੀ ਹੈ। ਜੇ ਹੁਕਮ ਦੇ ਅੰਦਰ ਚਲੋਗੇ ਤੇ ਦਿਨੋਂ ਦਿਨ ਵਿਕਾਸ ਹੋਏਗਾ। ਜੇ ਹੁਕਮ ਰਜ਼ਾ ਤੋਂ ਉਲਟ ਚਲੋਗੇ, ਦਿਨੋਂ ਦਿਨ ਵਿਨਾਸ਼ ਹੋਏਗਾ, ਇੱਕ ਪਲ ਦੇ ਵਿੱਚ ਮੌਤ ਹੋ ਜਾਏਗੀ। ਲੇਕਿਨ ਜੇ ਹੁਕਮ ਔਰ ਰਜ਼ਾ ਦੇ ਅੰਦਰ ਚਲੋਗੇ, ਜ਼ਿੰਦਗੀ ਵਿੱਚ ਵਿਕਾਸ ਹੋਏਗਾ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਆਦਿਕ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ। ਜੇ ਰਜ਼ਾ ਹੁਕਮ ਦੇ ਵਿੱਚ ਚੱਲੋਗੇ ਤੇ ਵਿਕਾਸ ਹੋਏਗਾ। ਹੁਕਮ ਦੇ ਅੰਦਰ ਚੱਲ ਕੇ ਜਿੰਨੀਆਂ ਮਰਜ਼ੀ ਖੋਜਾਂ ਕਰ ਲਓ, ਦੇਖੋ ਪੱਥਰ ਯੁੱਗ ਤੋਂ ਬਾਅਦ ਅੱਗ ਔਰ ਪਹੀਏ ਦੀ ਖੋਜ ਤੋਂ ਲੈ ਕੇ ਅੱਜ ਇਲੈਕਟ੍ਰੋਨਿਕ ਯੁੱਗ ਦੇ ਅੰਦਰ ਬੰਦਾ ਜੀ ਰਿਹਾ ਹੈ। ਇਹ ਹੁਕਮ ਦੀ ਸਵਾਈ ਹੀ ਸਵਾਈ ਚੜ ਰਹੀ ਹੈ ਨਾ। ਖੋਜ ਜਿਵੇਂ ਜਿਵੇਂ ਖੋਜ ਕਰੀ ਜਾ ਰਹੇ ਨੇ, ਹੋਈ ਜਾ ਰਹੀ ਹੈ। ਹੁਕਮ ਦੇ ਅੰਦਰ ਹੀ ਜੋ ਧਾਰਮਿਕ ਪੁਰਸ਼ ਜ਼ਿੰਦਗੀ ਜੀ ਰਹੇ ਨੇ, ਉਹਨਾਂ ਦੇ ਆਤਮਿਕ ਵਿਕਾਸ ਹੁੰਦਾ ਹੈ, ਖੁਸ਼ੀਆਂ ਔਰ ਸ਼ਾਂਤੀ ਮਿਲਦੀ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੁਕਮ ਦੀ ਬਹੁਤ ਵੱਡੀ ਵਡਿਆਈ ਹੈ, ਹੁਕਮ ਦੀ ਬਹੁਤ ਵੱਡੀ ਸਿਫਤ ਹੈ। ਹੁਕਮ ਦੇ ਅੰਦਰ ਚੱਲਣ ਦੇ ਨਾਲ ਦਿਨ ਪ੍ਰਤੀ ਦਿਨ ਆਤਮਿਕ ਜੀਵਨ ਦੇ ਅੰਦਰ ਵਿਕਾਸ ਹੁੰਦਾ ਹੈ, ਖੁਸ਼ੀਆਂ, ਖੇੜੇ, ਆਨੰਦ ਔਰ ਪ੍ਰਸੰਨਤਾ ਪੈਦਾ ਹੁੰਦੀ ਹੈ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਜਿਸ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੈ ਤਾਂ ਉਹ ਅਨਮਿਊਟ ਹੋ ਜਾਓ, ਵੀਰ ਜੀ ਨੂੰ ਬਾਰ-ਬਾਰ ਨਾ ਕਹਿਣਾ ਪਵੇ, ਅਨਮਿਊਟ ਹੋ ਜਾਓ। ਔਰ ਕਿਸੇ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਆਪਣੇ ਵਿਊਜ਼ ਦੇ ਸਕਦਾ ਹੈ। ਔਰ ਫੇਸਬੁੱਕ ਦੇ ਉੱਤੇ ਜਿੰਨੇ ਵੀ ਮੇਰੇ ਵੀਰ ਭੈਣਾਂ ਸਰਵਣ ਕਰ ਰਹੇ ਨੇ, ਰਾਜਵੰਸ਼ ਜੀ, ਗੁਰਮੀਤ ਸਿੰਘ ਜੀ, ਈਸ਼ਵੀਰ ਸਿੰਘ ਜੀ, ਭਾਗ ਸਿੰਘ ਜੀ, ਰਾਮਦਾਸ ਰੇਖੀ ਜੀ ਤੇ ਭਾਈ ਸਾਹਿਬ ਸਿੰਘ ਜੀ ਤੇ ਹੋਰ ਬਹੁਤ ਸਾਰੇ ਵੀਰ ਜਿਨ੍ਹਾਂ ਦੇ ਨਾਮ ਡਿਸਪਲੇ ਨਹੀਂ ਹੋ ਰਹੇ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।